ਸੋ ਅਗਰ ਕੋਈ ਵੀ ਸ਼ਹੀਦ ਪਰਿਵਾਰ ਸਾਡੀ ਵੀਡੀਓ ਸੁਣ ਰਿਹਾ ਆ, ਉਹਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ। ਜਿੰਨਾ ਮਰਜ਼ੀ ਔਖਾ ਪ੍ਰੋਗਰਾਮ ਹੋਵੇ, ਜਿੰਨਾ ਮਰਜ਼ੀ ਉਸ ਪ੍ਰੋਗਰਾਮ 'ਤੇ ਖਰਚਾ ਹੁੰਦਾ ਹੋਵੇ, ਅਸੀਂ ਹੋਰ ਕੋਈ ਆਸਾਨ ਨਹੀਂ ਉਹਨਾਂ 'ਤੇ। ਤੁਹਾਡਾ ਆਸਾਨ ਸਾਡੇ ਸਿਰਾਂ 'ਤੇ ਆ। ਅਸੀਂ ਉਸ ਆਸਾਨ ਨੂੰ ਸਿਰਫ ਇੱਕ ਰਿਟਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਲੱਖਾਂ ਦਾ ਨੁਕਸਾਨ ਪੰਜਾਬ ਦੀ ਧਰਤੀ 'ਤੇ ਆਲਰੇਡੀ ਹੋ ਚੁੱਕਾ। ਕਿਸੇ ਬੰਦੇ ਨਾਲ ਗੱਲ ਕਰੋ, ਅੱਜ ਤੁਸੀਂ ਆ ਕੇ ਦੇਖਿਆ ਕਿ ਕਿੰਨਾ ਵੱਡਾ ਇਕੱਠ ਸੀ। ਜੀ। ਅਤੇ ਅਗਰ ਮੈਂ ਆਪਣੀ ਗਿਣਤੀ 'ਚ ਗਲਤ ਹੋਵਾਂ ਤੇ 80% ਮੈਂ ਘੱਟ ਨੰਬਰ ਕਹਿ ਰਿਹਾ ਹੋਊਗਾ ਕਿ 80% ਬੰਦਿਆਂ ਨੇ ਕਿਸੇ ਨਾ ਕਿਸੇ ਏਜੰਟ ਕੋਲੇ ਆਪਣੇ ਪੈਸੇ ਡੁਬਾਏ ਹੋਏ ਸੀਗੇ। ਬਹੁਤ ਸਾਰੇ ਨੌਜਵਾਨਾਂ ਦੇ ਸਾਨੂੰ ਫੋਨ ਆ ਜਾਂਦੇ ਆ, ਉਹਨਾਂ ਲਈ ਬਹੁਤ ਜ਼ਰੂਰੀ ਅੱਜ ਦੀ ਇੰਟਰਵਿਊ। ਇਹ ਉਹਨਾਂ ਨੌਜਵਾਨਾਂ ਲਈ ਹੈ ਇੰਟਰਵਿਊ ਜਿਹੜੇ ਸਾਨੂੰ ਖਾਸ ਤੌਰ 'ਤੇ ਮੈਨੂੰ ਕਹਿੰਦੇ ਨੇ ਵੀ ਬਾਈ ਜੀ ਆਇਓ, ਸਾਡਾ 5 ਲੱਖ ਫਸ ਗਿਆ, ਸਾਡਾ 10 ਲੱਖ ਫਸ ਗਿਆ। ਸੰਦੀਪ ਜੀ, ਇੱਕ ਹੋਰ ਮਾਂ-ਬਾਪ ਦਾ ਕਸੂਰ ਇਹ ਵੀ ਹੁੰਦਾ, ਉਹ ਸਾਨੂੰ ਫੋਨ ਕਰਕੇ ਕਹਿੰਦੇ ਜੀ 7 ਲੱਖ ਰੁਪਏ ਦਿੱਤਾ ਸੀ ਜੀ ਏਜੰਟ ਨੂੰ, ਉਹਦੇ ਵਿੱਚੋਂ 2 ਲੱਖ ਰੁਪਏ ਅਸੀਂ ਚੈੱਕ ਰਾਹੀਂ ਦੇ ਦਿੱਤਾ, 5 ਲੱਖ ਅਸੀਂ ਕੈਸ਼ ਦਿੱਤਾ। ਕੈਸ਼ ਹੀ ਦੇ ਦਿੰਦੇ ਆ ਜੀ 5 ਲੱਖ ਰੁਪਏ। ਇੰਨਾ ਕਾਲਾ ਧਨ ਮਾਪਿਆਂ ਕੋਲ। ਜਿਵੇਂ ਆਪਾਂ ਤੁਸੀਂ ਆਥੋਰਾਈਜ਼ਡ ਏਜੰਟ ਦੀ ਗੱਲ ਕੀਤੀ ਹੈ, ਫਿਰ ਇਹ ਸਾਡੀਆਂ ਸਰਕਾਰਾਂ ਦਾ ਵੀ ਤਾਂ ਰੋਲ ਬਣਦਾ ਵੀ ਜਿਹੜੇ ਆਥੋਰਾਈਜ਼ਡ ਹੈ ਉਹਨਾਂ ਦਾ ਪਹਿਲਾਂ ਦੇਖੇ ਵੀ ਕੈਨੇਡਾ ਨੇ ਕੀ ਆਥੋਰਾਈਜ਼ ਕੀਤੇ ਨੇ, ਉਸ ਤੋਂ ਬਾਅਦ ਲਾਇਸੈਂਸ ਦੇਣ। ਜਣੇ ਖਣੇ ਨੂੰ ਲਾਇਸੈਂਸ ਦੇਣ ਦੀ ਕੀ ਲੋੜ ਹੈ ਜੀ? ਫਿਰ ਕੈਨੇਡਾ ਦੀ ਸਰਕਾਰ 5 ਪੈਸੇ ਦੀ ਵੀ ਵੈਲਿਊ ਉਸ ਲਾਇਸੈਂਸ ਨੂੰ ਨਹੀਂ ਦਿੰਦੀ। ਕਿਸੇ ਬੰਦੇ ਦੇ ਢਿੱਡ 'ਚ ਤਕਲੀਫ ਹੋਵੇ ਤਾਂ ਉਹ ਡਾਕਟਰ ਕੋਲ ਜਾਂਦਾ ਆ, ਆਪਣਾ ਦਿਮਾਗ ਨਹੀਂ ਲਾਉਂਦਾ। ਅਤੇ ਉਹ ਡਾਕਟਰ ਕਦੀ ਐ ਨਹੀਂ ਕਹੂਗਾ ਕਿ ਮੈਂ ਇਨਸਾਨ ਦੀ ਤਕਲੀਫ ਹੋ ਰਹੀ ਹੈ ਅਤੇ ਮੈਂ ਜਾਨਵਰਾਂ ਦੇ ਡਾਕਟਰ ਕੋਲ ਜਾਣਾ ਹੈ। ਉਹ ਇਨਸਾਨੀ ਡਾਕਟਰ ਕੋਲ ਹੀ ਜਾਊਗਾ। ਇਮੀਗ੍ਰੇਸ਼ਨ ਦੇ ਬਿਜ਼ਨਸ 'ਚ ਕੀ ਆ, ਜਾਂ ਸਟੱਡੀ ਪਰਮਿਟਸ ਦੇ ਬਿਜ਼ਨਸ 'ਚ ਕੀ ਆ ਕਿ ਅਨਫੋਰਚੂਨੇਟਲੀ ਜਿਹੜੇ ਬੰਦੇ ਆਪ ਪੜ੍ਹੇ ਲਿਖੇ ਨਹੀਂ ਹੈ, ਜਿਹੜੇ ਆਪ 12ਵੀਂ ਪਾਸ ਨੇ, ਉਹ ਬੱਚਿਆਂ ਨੂੰ ਐਡਵਾਈਸ ਦੇ ਰਹੇ ਆ ਕਿ ਤੂੰ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਕਿੱਥੋਂ ਕਰ। ਲਾਈਕ ਉਹ ਬੰਦੇ ਜਿਹੜੇ ਉਹਨਾਂ ਬੰਦਿਆਂ ਕੋਲ ਜਾ ਰਹੇ ਨੇ, ਉਹ ਆਪ ਜ਼ਿਆਦਾ ਪੜ੍ਹੇ ਲਿਖੇ ਨੇ। ਅਤੇ ਹੁਣ ਜਿਵੇਂ ਗੱਲ ਕਰਦੇ ਹੋ ਤੁਸੀਂ ਏਜੰਟਾਂ ਦੀ ਗੱਲ ਕੀਤੀ ਆ ਵੀ ਠੱਗਾਂ ਤੋਂ ਬਚੋ, ਇਹ ਕਰੋ, ਪਰ ਜੇ ਕੋਈ ਮੈਨੂੰ ਇਹ ਫੋਨ ਕਰ ਦਿੰਦਾ ਵੀ ਦੇਖੋ ਜੀ ਬਰੈਂਪਟਨ ਇਮੀਗ੍ਰੇਸ਼ਨ ਵਾਲਿਆਂ ਨੇ ਇਹ ਗੱਲ ਕੀਤੀ ਹੈ, ਪਰ ਸਾਡੇ ਬੱਚਿਆਂ ਨਾਲ ਤਾਂ ਆ ਠੱਗੀ ਮਾਰ ਕੇ ਬੈਠੇ ਨੇ। ਜਿਹੜੇ ਵੀਜ਼ੇ ਵਗੈਰਾ ਹੁੰਦੇ ਆ ਜੀ, ਕਿਉਂਕਿ ਜਿਨ੍ਹਾਂ ਦੇ ਨਾਲ ਠੱਗੀ ਹੁੰਦੀ ਹੈ ਜਾਂ ਉਹ ਸਾਨੂੰ ਦੱਸਦੇ ਨੌਜਵਾਨ ਵੀ ਸਾਨੂੰ ਜੀ ਜਦੋਂ ਵੀਜ਼ਾ ਆਇਆ ਸੀ ਤਾਂ ਇਸ ਏਜੰਟ ਨੇ ਇੱਕ ਪੁਲ 'ਤੇ ਬੁਲਾ ਕੇ ਦੇ ਦਿੱਤਾ, ਕਹਿੰਦੇ ਜੀ ਵੀਜ਼ਾ ਦੇ ਬਾਅਦ ਦੇ ਵਿੱਚ ਜਦੋਂ ਚੜ੍ਹਨ ਲੱਗੇ ਉਹ ਕਹਿੰਦੇ ਵੀਜ਼ਾ ਵੀ ਨਕਲੀ ਹੈ। ਅਤੇ ਜਿਹੜੇ ਵੀਜ਼ੇ ਵਗੈਰਾ ਜਦੋਂ ਆਉਂਦੇ ਆ ਤਾਂ ਤੁਸੀਂ ਪੁਲ ਵਗੈਰਾ 'ਤੇ ਬੁਲਾਉਂਦੇ ਹੋ ਜਾਂ ਕਿਵੇਂ? ਸੋ ਮੈਂ ਇਸ ਟਾਈਮ ਲਾਈਵ ਟੀਵੀ ਦੇ ਉੱਤੇ ਇਹ ਗੱਲ ਕਲੀਅਰ ਕਰ ਰਿਹਾ ਕਿ ਕੋਈ ਗਾਰੰਟੀ ਨਹੀਂ, ਟੈਂਪਰੇਰੀ ਪਰਮਿਟਸ ਦੇ ਉੱਤੇ ਕੋਈ ਗਾਰੰਟੀ ਨਹੀਂ ਕਿ ਵੀਜ਼ਾ ਲੱਗੂਗਾ ਕਿ ਨਹੀਂ ਲੱਗੂਗਾ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਲੋਕ ਚੈਨਲ 'ਤੇ ਮੈਂ ਤੁਹਾਡਾ ਸਵਾਗਤ ਕਰਦਾ। ਦਰਸ਼ਕੋ, ਬਹੁਤ ਸਾਰੇ ਨੌਜਵਾਨ ਇਨੀ ਦਿਨੀ ਵਿਦੇਸ਼ ਵੱਲ ਨੂੰ ਜਾ ਰਹੇ ਨੇ। ਕਾਰਨ ਉਹੀ ਹੈ ਵੀ ਇੱਥੋਂ ਦਾ ਸਿਸਟਮ ਪਸੰਦ ਨਹੀਂ ਹੈ, ਇੱਥੇ ਜੋ ਹਾਲਾਤ ਨੇ ਉਹ ਮਾੜੇ ਨੇ। ਬੇਸ਼ੱਕ ਸਰਕਾਰ ਦੂਜੀ ਵਾਰ ਬਦਲ ਗਈ ਹੈ ਅਤੇ ਚੰਨੀ ਸਾਹਿਬ ਪੰਜਾਬ ਦੇ ਜਿਹੜੇ ਨਵੇਂ ਮੁੱਖ ਮੰਤਰੀ ਨੇ ਉਹ ਕਹਿੰਦੇ ਮੈਂ ਹਾਲਾਤ ਠੀਕ ਕਰਾਂਗਾ, ਪਰ ਫਿਰ ਵੀ ਨੌਜਵਾਨ ਲਗਾਤਾਰ ਵਿਦੇਸ਼ ਵੱਲ ਨੂੰ ਜਾ ਰਹੇ ਨੇ। ਗੱਲ ਕੈਨੇਡਾ ਦੀ ਕਰੀਏ ਤਾਂ ਕੈਨੇਡਾ ਨੂੰ ਜਹਾਜ਼ ਭਰ ਜਾ ਰਹੇ ਨੇ। ਅੱਜ ਵੀ ਅਸੀਂ ਲੁਧਿਆਣੇ ਦੇ ਵਿੱਚ ਆਏ ਹਾਂ, ਬਰੈਂਪਟਨ ਇਮੀਗ੍ਰੇਸ਼ਨ, ਜਿਹੜੇ ਲਗਾਤਾਰ ਨੌਜਵਾਨਾਂ ਨੂੰ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਵਿਦੇਸ਼, ਉਹਨਾਂ ਨੂੰ ਸਲਾਹ ਦਿੰਦੇ ਨੇ ਵੀ ਤੁਸੀਂ ਕੀ ਕਰਨਾ, ਕਿਵੇਂ ਕਰਨਾ। ਅਤੇ ਸੰਦੀਪ ਸਿੰਘ ਜਿਹੜੇ ਲਗਾਤਾਰ ਕੈਨੇਡਾ ਤੋਂ ਹੁਣ ਤੱਕ ਤਾਂ ਸਾਡੇ ਨਾਲ ਰਾਬਤਾ ਕਰਦੇ ਰਹੇ, ਅਸੀਂ ਵੀ ਇਹਨਾਂ ਦੇ ਤੋਂ ਗੱਲਬਾਤ ਕਰਦੇ ਰਹੇ ਹਾਂ ਕੈਨੇਡਾ ਤੋਂ, ਪਰ ਇਨੀ ਦਿਨੀ ਪੰਜਾਬ ਆਏ ਹੋਏ ਨੇ, ਇੰਡੀਆ ਆਏ ਹੋਏ ਨੇ, ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚੜ੍ਹਦੀ ਕਲਾ ਜੀ, ਬਹੁਤ ਮਿਹਰ। ਕੀ ਗੱਲ ਜੀ, ਕੈਨੇਡਾ ਤੋਂ ਹੁਣ ਪੰਜਾਬ ਆਉਣਾ ਪਿਆ, ਵੈਸੇ ਟੂਰ ਸੀ ਜਾਂ ਸਪੈਸ਼ਲੀ ਕੋਈ ਜਿਵੇਂ ਸੈਮੀਨਾਰ ਅੱਜ ਦੇਖਿਆ ਇਹਨਾਂ ਸੈਮੀਨਾਰਸ ਕਰਕੇ ਆਏ? ਸੋ ਸੈਮੀਨਾਰਸ ਅਤੇ ਐਜੂਕੇਸ਼ਨ ਫੇਅਰ ਨੂੰ ਤਾਂ ਅਨਾਊਂਸ ਕੀਤੇ ਨੂੰ ਕਾਫੀ ਸਮਾਂ ਹੋ ਚੱਲਿਆ ਸੀਗਾ ਜੀ। ਸਾਡੇ ਜਿਹੜੇ ਡਾਇਰੈਕਟਰ ਨੇ ਤਰਨਵੀਰ ਸਿੰਘ, ਉਹ ਆਲਰੇਡੀ ਪੰਜਾਬ ਪਹੁੰਚ ਚੁੱਕੇ ਸਨ ਜੀ, ਬਟ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਹੁੰਗਾਰਾ, ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਸੀ ਕਿ ਕੱਲ੍ਹ ਰਾਤੀ ਮੈਂ ਦਿੱਲੀ ਪਹੁੰਚਿਆ ਹਾਂ ਅਤੇ ਅੱਜ ਤੁਹਾਡੇ ਨਾਲ ਬੈਠਾ ਲੁਧਿਆਣੇ ਦੇ ਵਿੱਚ। ਅਗਲੇ 15 ਦਿਨ ਇੱਦਾਂ ਹੀ ਸ਼ਹਿਰ ਤੋਂ ਸ਼ਹਿਰ ਜਾ ਕੇ ਇੱਕ ਹੋਕਾ ਦੇਣ ਲਈ ਆਇਆ। ਮੇਨਲੀ ਮੇਰਾ ਇਹ ਜਿਹੜਾ ਟ੍ਰਿਪ ਆ ਇਹ ਸਿਰਫ ਇੱਕੋ ਇੱਕ ਹੋਕਾ ਦੇਣ ਲਈ ਆ ਕਿ ਅਗਰ ਤੁਸੀਂ ਕੈਨੇਡਾ ਜਾਂ ਕਿਸੇ ਹੋਰ ਵਤਨ 'ਚ ਜਾਣਾ ਚਾਹ ਰਹੇ ਹੋ ਜੀ, ਅਤੇ ਘੱਟੋ ਘੱਟ ਜਿਹੜਾ ਪਹਿਲਾ ਬੇਬੀ ਸਟੈਪ ਹੋਣਾ ਚਾਹੀਦਾ ਆ ਜੀ, ਰਾਈਟ ਕੰਸਲਟੈਂਟ ਚੂਜ਼ ਕਰਨ ਦਾ, ਉਹ ਲਵੋ।
ਕਿਉਂਕਿ ਅਗਰ ਕੈਨੇਡਾ ਦੀ ਸਰਕਾਰ ਨੇ ਜਿਨ੍ਹਾਂ ਨੂੰ ਆਥੋਰਾਈਜ਼ ਕੀਤਾ ਆ, ਅਗਰ ਤੁਸੀਂ ਉਹਨਾਂ ਨੂੰ ਨਹੀਂ ਯੂਜ਼ ਕਰ ਰਹੇ ਹੋ ਤੇ ਗੋਸਟ ਕੰਸਲਟੈਂਟਸ ਨੂੰ ਯੂਜ਼ ਕਰ ਰਹੇ ਹੋ, ਉਹਨਾਂ ਦੇ ਨਤੀਜੇ ਨੇ ਕਿ ਘਰ ਘਰ ਲੱਖਾਂ ਦਾ ਨੁਕਸਾਨ ਪੰਜਾਬ ਦੀ ਧਰਤੀ ਤੇ ਆਲਰੇਡੀ ਹੋ ਚੁੱਕਾ। ਕਿਸੇ ਬੰਦੇ ਨਾਲ ਗੱਲ ਕਰੋ, ਅੱਜ ਤੁਸੀਂ ਆ ਕੇ ਦੇਖਿਆ ਕਿ ਕਿੰਨਾ ਵੱਡਾ ਇਕੱਠ ਸੀ। ਤੇ ਅਗਰ ਮੈਂ ਆਪਣੀ ਗਿਣਤੀ 'ਚ ਗਲਤ ਹੋਵਾਂ ਤੇ 80% ਮੈਂ ਘੱਟ ਨੰਬਰ ਕਹਿ ਰਿਹਾ ਹੋਊਗਾ ਕਿ 80% ਬੰਦਿਆਂ ਨੇ ਕਿਸੇ ਨਾ ਕਿਸੇ ਏਜੰਟ ਕੋਲੇ ਆਪਣੇ ਪੈਸੇ ਡੁਬਾਏ ਹੋਏ ਸੀਗੇ। ਇੰਨੀਆਂ ਕਹਾਣੀਆਂ, ਔਰ ਫਿਰ ਵੀ ਇੰਨੀਆਂ ਕਹਾਣੀਆਂ ਸੁਣਨ ਤੋਂ ਬਾਅਦ 'ਚੋਂ ਵੀ ਅਸੀਂ ਫਿਰ ਵੀ ਉਹਨਾਂ ਗੋਸਟ ਕੰਸਲਟੈਂਟਸ ਕੋਲੇ ਜਾਂਦੇ ਹਾਂ, ਤਾਂ ਹੀ ਉਹਨਾਂ ਦੀਆਂ ਦੁਕਾਨਾਂ ਚੱਲਦੀਆਂ ਨੇ। ਅਗਰ ਅਸੀਂ ਇਹ ਪਹਿਲੇ ਦਿਨ ਤੋਂ ਹੀ ਇਹ ਸਟੈਪ ਚੱਕਿਆ ਹੋਵੇ ਕਿ ਅਗਰ ਕੈਨੇਡਾ ਸਰਕਾਰ ਦਾ ਹਾਈ ਕਮਿਸ਼ਨਰ ਆਪਣੇ ਟਵਿੱਟਰ ਹੈਂਡਲਰ ਤੋਂ ਇਹ ਗੱਲ ਕਹਿ ਰਿਹਾ ਹੈ ਕਿ ਸਿਰਫ ਆਥੋਰਾਈਜ਼ਡ ਰਿਪਰੈਜ਼ੈਂਟੇਟਿਵਸ ਨੂੰ ਯੂਜ਼ ਕੀਤਾ ਜਾਵੇ, ਵੱਡੀਆਂ ਵੱਡੀਆਂ ਅਖਬਾਰਾਂ ਦੇ ਵਿੱਚ ਫੁੱਲ ਐਡ ਅੱਜ ਤੋਂ 2-3 ਸਾਲ ਪਹਿਲਾਂ ਕੈਨੇਡਾ ਦੀ ਸਰਕਾਰ ਨੇ ਦਿੱਤੀ ਹੋਵੇ, ਜਿਸ ਕਿਹਾ ਹੋਵੇ ਕਿ ਹਾਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵਸ ਯੂਜ਼ ਕਰੋ, ਤੇ ਫਿਰ ਵੀ ਅਗਰ ਅਸੀਂ ਗੋਸਟ ਕੰਸਲਟੈਂਟਸ ਯੂਜ਼ ਕਰ ਰਹੇ ਹਾਂ ਤਾਂ ਮੈਨੂੰ ਇੱਦਾਂ ਲੱਗਦਾ ਹੈ ਕਿ ਉਹਦੇ ਵਿੱਚ ਸਰਕਾਰ ਦੀ ਗਲਤੀ ਘੱਟ ਤੇ ਸਾਡੀ ਗਲਤੀ ਜ਼ਿਆਦਾ ਆ। ਆਥੋਰਾਈਜ਼ਡ ਕੋਈ ਹੋਰ ਹੁੰਦੇ ਨੇ ਜੀ? ਕਿਉਂਕਿ ਜਿਨ੍ਹਾਂ ਕੋਲ ਜਾਂਦੇ ਆ ਉਹਨਾਂ ਨੇ ਜਦੋਂ ਕਿਸੇ ਆਪਾਂ ਇਮੀਗ੍ਰੇਸ਼ਨ ਏਜੰਟ ਦੇ ਕੋਲ ਬੈਠਦੇ ਆ ਜਾ ਕੇ, ਪਿੱਛੇ ਤਾਂ ਉਹਨਾਂ ਨੇ ਸਰਟੀਫਿਕੇਟ ਲਗਾਇਆ ਹੁੰਦਾ ਜੀ, ਸਰਕਾਰ ਦੀ ਪਰਮਿਸ਼ਨ ਵੀ ਲਗਾਈ ਹੁੰਦੀ ਹੈ ਜੀ। ਇਹ ਆਥੋਰਾਈਜ਼ਡ ਕਿਸੇ ਤਰ੍ਹਾਂ ਹੋਰ ਹੁੰਦੇ ਜਾਂ ਉਹੀ ਲਾਇਸੈਂਸਡ ਜਿਹੜੇ ਹੁੰਦੇ ਨੇ ਜੀ? ਸੋ ਕੋਈ ਵੀ ਪੰਜਾਬ 'ਚ ਅਗਰ ਕੰਮ ਕਰ ਰਿਹਾ, ਖਾਸ ਕਰਕੇ ਪੰਜਾਬ ਦੇ ਵਿੱਚ, ਤੇ ਪੰਜਾਬ ਸਰਕਾਰ ਨੇ ਆਪਣਾ ਇੱਕ ਲਾਇਸੈਂਸ ਬਣਾਇਆ ਹੋਇਆ ਜਿਹੜਾ ਟਰੈਵਲ ਏਜੰਟਸ ਅਤੇ ਇਮੀਗ੍ਰੇਸ਼ਨ ਏਜੰਟਸ ਵਾਸਤੇ ਆ। ਕੈਨੇਡਾ ਦੀ ਸਰਕਾਰ 5 ਪੈਸੇ ਦੀ ਵੀ ਵੈਲਿਊ ਉਸ ਲਾਇਸੈਂਸ ਨੂੰ ਨਹੀਂ ਦਿੰਦੀ। ਅੱਛਾ। ਉਹਦੇ ਵਾਸਤੇ ਕੈਨੇਡਾ ਦੀ ਸਰਕਾਰ ਦਾ ਇੱਕ ਟੈਸਟ ਆ, ਹੁਣ ਅੱਜ ਦੀ ਡੇਟ ਦੇ ਉੱਤੇ 2 ਸਾਲ ਦੀ ਪੜ੍ਹਾਈ ਆ। ਜਿਹੜਾ ਬੰਦਾ ਉਹ 2 ਸਾਲ ਦੀ ਪੜ੍ਹਾਈ ਕਰੂਗਾ, ਬਾਅਦ 'ਚੋਂ ਆਪਣਾ ਲਾਇਸੈਂਸਿੰਗ ਐਗਜ਼ਾਮ ਪਾਸ ਕਰੂਗਾ, ਉਹਨੂੰ ਆਥੋਰਾਈਜ਼ਡ ਪੋਰਟਲ ਦਿੱਤਾ ਜਾਂਦਾ। ਮੰਨ ਲਓ ਤੁਸੀਂ ਕਿਸੇ ਗੋਸਟ ਕੰਸਲਟੈਂਟ ਕੋਲੇ ਜਾਂਦੇ ਹੋ, ਸਟੱਡੀ ਵੀਜ਼ੇ ਦੀ ਐਗਜ਼ਾਮਪਲ ਲੈ ਲਓ। ਮੈਂ ਸੰਦੀਪ ਸਿੰਘ ਇੱਕ ਵਿਦਿਆਰਥੀ ਕਿਸੇ ਕੰਸਲਟੈਂਟ ਕੋਲੇ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਸਟੱਡੀ ਵੀਜ਼ੇ ਦੀ ਐਪਲੀਕੇਸ਼ਨ ਲਾਉਣੀ ਆ। ਉਸ ਏਜੰਟ ਨੇ ਸੰਦੀਪ ਸਿੰਘ ਬਣ ਕੇ, ਦੈਟ ਮੀਨਸ ਮੇਰਾ ਹੀ ਨਾਮ ਵਰਤ ਕੇ ਇੱਕ ਪ੍ਰੋਫਾਈਲ ਕ੍ਰੀਏਟ ਕਰਨੀ ਆ ਅਤੇ ਫਾਈਲ ਸਬਮਿਟ ਕਰ ਦੇਣੀ ਆ। ਖੁਦਾ ਨਾ ਖਾਸਤਾ ਪਿੱਛੇ ਜੇ ਇੱਕ ਮੈਂ ਵੀਡੀਓ ਵੀ ਬਣਾਈ, ਸਾਡੇ ਕੋਲ ਇੱਕ ਉਹਦੇ ਐਵੀਡੈਂਸਿਸ ਵੀ ਸੀਗੇ। ਇੱਕ ਬੱਚਾ ਸਰਕਾਰੀ ਕਾਲਜ ਕੈਨੇਡਾ 'ਚ ਐਡਮਿਸ਼ਨ ਲਿੱਤੀ, ਕਿਸੇ ਏਜੰਟ ਨੇ ਉਹਦੀ ਫੀਸ ਜਮ੍ਹਾਂ ਨਹੀਂ ਕੀਤੀ। ਜਦੋਂ ਲੈਂਡ ਕੀਤਾ ਤੇ CBSE ਆਫਿਸਰਸ ਨੇ ਉਹਨੂੰ ਰੋਕ ਲਿਆ, ਉਹਦੇ ਤੇ ਡੈਪੂਟੇਸ਼ਨ ਆਰਡਰਸ ਲਾਏ। ਬੱਚਾ ਫਾਈਨੈਂਸ਼ਲੀ ਥੋੜ੍ਹਾ ਜਿਹਾ ਸਟਰੋਂਗ ਹੋਊਗਾ ਤਾਂ ਕਰਕੇ ਉਹਨੇ ਕੋਰਟ ਦੇ ਵਿੱਚ CBSE ਆਫਿਸਰ ਨੂੰ ਖਿੱਚਿਆ। ਜਦੋਂ ਕੋਰਟ 'ਚੋਂ ਬੱਚਾ ਗਿਆ ਤੇ ਕੈਨੇਡਾ ਦੀ ਸਰਕਾਰ ਨੇ ਇਹ ਬੱਚਾ ਕਹਿ ਰਿਹਾ ਹੈ ਕੋਰਟ ਨੂੰ ਕਿ ਮੈਂ ਨਹੀਂ ਗਲਤੀ ਕੀਤੀ ਹੈ, ਏਜੰਟ ਨੇ ਇਹ ਗਲਤੀ ਕੀਤੀ। ਕੋਰਟ ਨੇ ਉਹਨੂੰ ਕਿਹਾ ਕਿ ਜਿਸ ਐਪਲੀਕੇਸ਼ਨ ਜਿਹੜੀ ਤੇਰੀ ਲੱਗੀ ਸੀ ਉਸ 'ਚ ਨਾ ਤਾਂ ਯੂਜ਼ ਆਫ ਰਿਪਰੈਜ਼ੈਂਟੇਸ਼ਨ ਲੱਗਿਆ ਸੀ ਤੇ ਨਾ ਕੋਈ ਏਜੰਟ ਦਾ ਆਥੋਰਾਈਜ਼ਡ ਪੋਰਟਲ ਸੀ। ਉਹ ਤਾਂ ਐਪਲੀਕੇਸ਼ਨ ਹੀ ਤੂੰ ਲਗਾਈ ਸੀ ਤੇ ਤੇਰੀ ਐਪਲੀਕੇਸ਼ਨ ਦੇ ਵਿੱਚ ਏਜੰਟ ਨੇ ਫਰਾਡ ਕਿਵੇਂ ਕਰਤਾ। ਹੁਣ ਇਹ ਤੁਹਾਨੂੰ ਤੇ ਮੈਨੂੰ ਸਮਝ ਆ ਸਕਦੀ ਹੈ ਗੱਲ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਐਪਲੀਕੇਸ਼ਨਸ ਲੱਗਦੀਆਂ ਨੇ, ਪਰ ਕੈਨੇਡਾ ਦੀ ਸਰਕਾਰ ਨੂੰ ਇਹ ਗੱਲ ਸਮਝ ਆਊਗੀ ਇਹ ਪੋਸੀਬਲ ਨਹੀਂ ਹੈ, ਕਿਉਂਕਿ ਅਗਰ ਮੇਰਾ ਨਾਮ ਵਰਤ ਕੇ ਕੋਈ ਮੇਰੀ ਐਪਲੀਕੇਸ਼ਨ ਵੀ ਲਗਾ ਰਿਹਾ, ਲਗਾ ਤਾਂ ਮੈਂ ਹੀ ਰਿਹਾ ਨਾ, ਵੀਜ਼ਾ ਤਾਂ ਮੈਂ ਹੀ ਫੜਿਆ ਹੈ ਐਟ ਦਾ ਐਂਡ। ਦੂਜੇ ਪਾਸੇ ਜਿਹੜਾ ਆਥੋਰਾਈਜ਼ਡ ਕੰਸਲਟੈਂਟ ਹੁੰਦੇ ਆ ਉਹਨਾਂ ਕੋਲ ਆਪਣਾ ਇੱਕ ਆਥੋਰਾਈਜ਼ਡ ਪੋਰਟਲ ਹੁੰਦਾ ਆ ਜਿਸ ਦੇ ਥਰੂ ਸਾਰੀ ਐਪਲੀਕੇਸ਼ਨਸ ਜਾਂਦੀਆਂ ਨੇ। ਸੋ ਅਗਰ ਮੰਨ ਲਓ ਕਿ ਮੈਂ 400 ਐਪਲੀਕੇਸ਼ਨ ਇੱਕ ਦਿਨ ਚਲਾ ਰਿਹਾ, ਉਹ ਸਾਰਿਆਂ ਦੇ ਵਿੱਚ ਸੰਦੀਪ ਸਿੰਘ ਰਿਪਰੈਜ਼ੈਂਟੇਟਿਵ ਸ਼ੋ ਹੋਏਗਾ ਕੈਨੇਡਾ ਦੀ ਸਰਕਾਰ ਨੂੰ, ਤਾਂ ਕਰਕੇ ਮੇਰਾ ਲਾਇਸੈਂਸ ਔਨ ਸਟੇਕ ਆ। ਮੇਰੇ ਕੋਲੇ ਅਗਰ ਕੋਈ ਬੱਚਾ ਆਊਗਾ ਤੇ ਇਹ ਕਹੂਗਾ ਕਿ ਭਾਜੀ ਤੁਸੀਂ ਮੇਰੇ ਲਈ ਫੰਡ ਸ਼ੋ ਕਰ ਦਿਓ, ਤੇ ਮੈਂ ਕਹੂੰਗਾ ਨਹੀਂ, ਮੈਂ ਇੱਕ ਜਵਾਕ ਪਿੱਛੇ ਆਪਣਾ ਲਾਇਸੈਂਸ ਥੋੜ੍ਹਾ ਗਵਾਊਂਗਾ। ਸੋ ਦ ਪੁਆਇੰਟ ਇਜ਼ ਕਿ ਆਈ ਹੈਵ ਸਮਥਿੰਗ ਟੂ ਲੂਜ਼। ਔਨ ਦ ਅਦਰ ਹੈਂਡ ਜਿਹੜੇ ਦੂਸਰੇ ਬੰਦੇ ਆ ਦੇ ਹੈਵ ਨਥਿੰਗ ਟੂ ਲੂਜ਼। ਦੂਸਰੀ ਵੱਡੀ ਜਿਹਨੂੰ ਮੈਂ ਬਾਰ-ਬਾਰ ਆਪਣੇ ਪਿਛਲੀਆਂ ਮੀਡੀਆ ਜਿਵੇਂ ਆਪਾਂ ਤੁਸੀਂ ਆਥੋਰਾਈਜ਼ਡ ਏਜੰਟ ਦੀ ਗੱਲ ਕੀਤੀ ਹੈ, ਫਿਰ ਇਹ ਸਾਡੀਆਂ ਸਰਕਾਰਾਂ ਦਾ ਵੀ ਤਾਂ ਰੋਲ ਬਣਦਾ ਵੀ ਜਿਹੜੇ ਆਥੋਰਾਈਜ਼ਡ ਹੈ ਉਹਨਾਂ ਦਾ ਪਹਿਲਾਂ ਦੇਖੇ ਵੀ ਕੈਨੇਡਾ ਨੇ ਕੀ ਆਥੋਰਾਈਜ਼ ਕੀਤੇ ਨੇ, ਉਸ ਤੋਂ ਬਾਅਦ ਲਾਇਸੈਂਸ ਦੇਣ। ਜਣੇ ਖਣੇ ਨੂੰ ਲਾਇਸੈਂਸ ਦੇਣ ਦੀ ਕੀ ਲੋੜ ਹੈ ਜੀ ਫਿਰ? ਸੋ ਇਸ ਚੀਜ਼ ਦੇ ਉੱਤੇ ਹਿੰਦੁਸਤਾਨ ਦੀ ਸਰਕਾਰ ਨੂੰ, ਖਾਸ ਕਰਕੇ ਪੰਜਾਬ ਦੀ ਸਰਕਾਰ ਨੂੰ ਕੰਮ ਕਰਨ ਦੀ ਲੋੜ ਆ। ਪੰਜਾਬ ਸਰਕਾਰ ਦੀ ਜਿਹੜੀ ਪਿਛਲੀ ਅਕਾਲੀ ਸਰਕਾਰ ਸੀ ਉਸ ਵੇਲੇ ਇਸ ਐਕਟ ਨੂੰ ਲਿਆਂਦਾ ਗਿਆ। ਇਸ ਐਕਟ ਦਾ ਜਿਹੜਾ ਪਰਪਸ ਸੀਗਾ ਉਹ ਬਹੁਤ ਵਧੀਆ ਸੀ। ਜਿਹੜਾ ਐਕਟ ਕਹਿੰਦਾ ਆ ਕਿ ਅਸੀਂ ਫਰਾਡ ਨੂੰ ਰੋਕਣਾ ਚਾਹੁੰਦੇ ਹਾਂ, ਪਰ ਮੇਰਾ ਅੱਜ ਸਵਾਲ ਆ ਕਿ ਇਸ ਐਕਟ ਨੂੰ ਲਿਆਉਣ ਤੋਂ ਬਾਅਦ ਚੋਂ ਕੀ ਫਰਾਡ ਰੁਕਿਆ?
ਕਿ ਉਸੇ ਤਰੀਕੇ ਨਾਲ ਚੱਲ ਰਿਹਾ ਫਰਾਡ ਓਨੀ ਦੇਰ ਤੱਕ ਨਹੀਂ ਰੁਕ ਸਕਦਾ ਜਦ ਤੱਕ ਉਹਦੇ ਅਗੇਂਸਟ ਕੋਈ ਲਿਮਿਟੇਸ਼ਨਸ ਹੋਣਗੀਆਂ। ਪਹਿਲੀ ਗੱਲ ਤਾਂ ਤੁਸੀਂ ਕੋਈ ਪੜ੍ਹਾਈ ਦਾ ਮਿਆਰ ਹੀ ਨਹੀਂ ਰੱਖਿਆ, ਹਰੇਕ ਕਿਸ ਨੂੰ ਲਾਇਸੈਂਸ ਦਿੱਤਾ। ਦੂਜੇ ਪਾਸੇ ਤੁਹਾਨੂੰ ਇਹ ਚਾਹੀਦਾ ਸੀ ਕਿ ਤੁਸੀਂ ਇੱਕ ਕੁਆਲੀਫਿਕੇਸ਼ਨ ਰੱਖਦੇ, ਇੱਕ ਟੈਸਟ ਰੱਖਦੇ, ਉਸ ਤੋਂ ਬਾਅਦ 'ਚੋਂ ਲਾਇਸੈਂਸ ਦਿੰਦੇ, ਜਿਵੇਂ ਕੈਨੇਡਾ ਦੀਆਂ ਸਰਕਾਰਾਂ ਜਾਂ ਆਸਟ੍ਰੇਲੀਆ ਦੀਆਂ ਸਰਕਾਰਾਂ ਦਿੰਦੀਆਂ। ਇੱਥੇ ਇਹਨੂੰ ਇੰਨਾ ਸਿੰਪਲੀਫਾਈ ਕਰ ਦਿੱਤਾ ਗਿਆ ਕਿ ਹਰੇਕ ਬੰਦਾ ਹੀ ਏਜੰਟ ਬਣ ਜਾਂਦਾ ਆ। ਦੂਜੇ ਪਾਸੇ ਇੱਕ ਹੋਰ ਵੀ ਵੱਡੀ ਪ੍ਰੋਬਲਮ ਆ ਜਿਹੜੀ ਮੈਨੂੰ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਔਰ ਮੈਨੂੰ ਦੁੱਖ ਹੁੰਦਾ ਆ। ਕਿਸੇ ਬੰਦੇ ਦੇ ਢਿੱਡ 'ਚ ਤਕਲੀਫ ਹੋਵੇ ਤੇ ਉਹ ਡਾਕਟਰ ਕੋਲੇ ਜਾਂਦਾ ਆ, ਆਪਣਾ ਦਿਮਾਗ ਨਹੀਂ ਲਾਉਂਦਾ। ਤੇ ਉਹ ਡਾਕਟਰ ਕਦੀ ਐ ਨਹੀਂ ਕਹੂਗਾ ਕਿ ਮੈਂ ਇਨਸਾਨ ਦੀ ਤਕਲੀਫ ਹੋ ਰਹੀ ਹੈ ਤੇ ਮੈਂ ਜਾਨਵਰਾਂ ਦੇ ਡਾਕਟਰ ਕੋਲੇ ਜਾਣਾ ਹੈ। ਉਹ ਇਨਸਾਨੀ ਡਾਕਟਰ ਕੋਲੇ ਹੀ ਜਾਊਗਾ। ਇਮੀਗ੍ਰੇਸ਼ਨ ਦੇ ਬਿਜ਼ਨਸ 'ਚ ਕੀ ਆ ਜਾਂ ਸਟੱਡੀ ਪਰਮਿਟਸ ਦੇ ਬਿਜ਼ਨਸ 'ਚ ਕੀ ਆ ਕਿ ਅਨਫੋਰਚੂਨੇਟਲੀ ਜਿਹੜੇ ਬੰਦੇ ਆਪ ਪੜ੍ਹੇ ਲਿਖੇ ਨਹੀਂ ਆ, ਜਿਹੜੇ ਆਪ 12ਵੀਂ ਪਾਸ ਨੇ, ਉਹ ਬੱਚਿਆਂ ਨੂੰ ਐਡਵਾਈਸ ਦੇ ਰਹੇ ਆ ਕਿ ਤੂੰ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਕਿੱਥੋਂ ਕਰ। ਲਾਈਕ ਉਹ ਬੰਦੇ ਜਿਹੜੇ ਉਹਨਾਂ ਬੰਦਿਆਂ ਕੋਲੇ ਜਾ ਰਹੇ ਨੇ ਉਹ ਆਪ ਜ਼ਿਆਦਾ ਪੜ੍ਹੇ ਲਿਖੇ ਨੇ। ਮੈਂ ਨਹੀਂ ਕਹਿ ਰਿਹਾ ਕਿ ਮੈਨੂੰ ਆਪਣੀ ਪੜ੍ਹਾਈ ਦਾ ਬਹੁਤ ਗੁਮਾਨ ਆ, ਬਟ ਇੱਕ ਪਾਸੇ ਮੈਂ ਡਬਲ ਮਾਸਟਰਸ IIT ਚੇਨਈ ਵਰਗੀਆਂ ਇੰਸਟੀਟਿਊਸ਼ਨਸ 'ਚ ਪੜ੍ਹਿਆ, ਵਰਲਡ ਹੈਲਥ ਆਰਗੇਨਾਈਜੇਸ਼ਨਸ 'ਚ ਕੰਮ ਕੀਤਾ, ਤੰਜ਼ਾਨੀਆ ਦੀ ਸਰਕਾਰ ਨਾਲ ਕੰਮ ਕੀਤਾ। ਸੋ ਇੱਕ ਪਾਸੇ ਇਹੋ ਜਿਹੇ ਬੰਦੇ ਨੇ, ਦੂਸਰੇ ਪਾਸੇ 12ਵੀਂ ਪਾਸ ਜਾਂ ਜਿਨ੍ਹਾਂ ਨੇ ਆਪ ਸ਼ਾਇਦ ਕੈਨੇਡਾ ਬਾਰੇ ਸੁਣਿਆ ਹੀ ਆ, ਆਪ ਉਹ ਅੱਜ ਤੱਕ ਉਸ ਮੰਜ਼ਿਲ ਨੂੰ ਹਾਸਲ ਨਹੀਂ ਕਰ ਸਕੇ ਜੋ ਦੂਸਰਿਆਂ ਨੂੰ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਬਹੁਤ ਵੱਡਾ ਇੱਕ ਸਵਾਲ ਆ ਜਿਹੜਾ ਹਰੇਕ ਬੰਦੇ ਨੂੰ, ਜਦੋਂ ਆਪਣੇ ਬੱਚੇ ਦਾ ਕਿਸੇ ਦੇ ਹੱਥ ਭਵਿੱਖ ਫੜਾਉਂਦੇ ਆ, ਹਰੇਕ ਬੰਦੇ ਨੂੰ, ਹਰੇਕ ਮਾਪਿਓ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਮਿੱਤਰਾ ਕਿ ਤੇਰੀ ਪੜ੍ਹਾਈ ਕੀ ਆ, ਮਿੱਤਰਾ ਤੂੰ ਆਪ ਕਦੀ ਕੈਨੇਡਾ ਗਿਆ, ਕਿਹੜੇ ਸ਼ਹਿਰ 'ਚ ਗਿਆ। ਸੋ ਇਹ ਸਾਰੇ ਸਵਾਲਾਂ ਦੇ ਅਗਰ ਉਹ ਹਰੇਕ ਇੰਡੀਵਿਜੂਅਲ, ਹਰੇਕ ਕਸਟਮਰ ਜਵਾਬ ਲੈਣੇ ਸ਼ੁਰੂ ਕਰ ਦੂਗਾ ਤੇ ਜਿਹੜਾ ਗਲਤ ਏਜੰਟ ਮਾਰਕੀਟ 'ਚ ਹੋਊਗਾ ਉਹ ਆਪਣੇ ਆਪ ਹੀ ਨਿਕਲ ਜੂਗਾ। ਬਿਲਕੁਲ, ਕਿਉਂਕਿ ਬਹੁਤ ਸਾਰੇ ਨੌਜਵਾਨਾਂ ਦੇ ਸਾਨੂੰ ਫੋਨ ਆ ਜਾਂਦੇ ਆ, ਉਹਨਾਂ ਲਈ ਬਹੁਤ ਜ਼ਰੂਰੀ ਅੱਜ ਦੀ ਇੰਟਰਵਿਊ। ਇਹ ਉਹਨਾਂ ਨੌਜਵਾਨਾਂ ਲਈ ਹੈ ਇੰਟਰਵਿਊ ਜਿਹੜੇ ਸਾਨੂੰ ਖਾਸ ਤੌਰ 'ਤੇ ਮੈਨੂੰ ਕਹਿੰਦੇ ਨੇ ਵੀ ਬਾਈ ਜੀ ਆਇਓ, ਸਾਡਾ 5 ਲੱਖ ਫਸ ਗਿਆ, ਸਾਡਾ 10 ਲੱਖ ਫਸ ਗਿਆ। ਸੰਦੀਪ ਜੀ, ਇੱਕ ਹੋਰ ਮਾਂ-ਬਾਪ ਦਾ ਕਸੂਰ ਇਹ ਵੀ ਹੁੰਦਾ, ਉਹ ਸਾਨੂੰ ਫੋਨ ਕਰਕੇ ਕਹਿੰਦੇ ਆ ਜੀ 7 ਲੱਖ ਰੁਪਏ ਦਿੱਤਾ ਸੀ ਜੀ ਏਜੰਟ ਨੂੰ, ਉਹਦੇ ਵਿੱਚੋਂ 2 ਲੱਖ ਰੁਪਏ ਅਸੀਂ ਚੈੱਕ ਰਾਹੀਂ ਦੇ ਦਿੱਤਾ, 5 ਲੱਖ ਅਸੀਂ ਕੈਸ਼ ਦਿੱਤਾ। ਕੈਸ਼ ਹੀ ਦੇ ਦਿੰਦੇ ਆ ਜੀ 5 ਲੱਖ ਰੁਪਇਆ। ਇੰਨਾ ਕਾਲਾ ਧਨ ਮਾਪਿਆਂ ਕੋਲ ਵੀ। ਸੋ ਦ ਪੁਆਇੰਟ ਇਜ਼ ਕਿ ਜਦੋਂ ਐਟ ਦ ਐਂਡ ਇੱਕ ਗੱਲ ਤਾਂ ਸਮਝਣੀ ਪਏਗੀ, ਅਗਰ ਏਜੰਟਸ ਐਗਜ਼ਿਸਟ ਕਰ ਰਹੇ ਨੇ ਜੀ ਤਾਂ ਐਗਜ਼ਿਸਟ ਤਾਂ ਤਾਂ ਹੀ ਕਰ ਰਹੇ ਨਾ ਕਿ ਅਗਰ ਅਸੀਂ ਕੁਝ ਗਲਤ ਕਰ ਰਹੇ ਹਾਂ। ਅਗਰ ਅਸੀਂ ਕੁਝ ਗਲਤ ਨਾ ਕਰ ਰਹੇ ਹੋਈਏ ਤਾਂ ਉਹ ਵੀ ਨਾ ਐਗਜ਼ਿਸਟ ਕਰਨ। ਸੋ ਆਪਾਂ ਨੂੰ ਆਪਣੇ ਆਪ ਦੇ ਉੱਤੇ ਵੀ ਸੁਧਾਰਨ ਦੀ ਲੋੜ ਆ, ਆਪਣੀਆਂ ਗਲਤੀਆਂ ਨੂੰ ਵੀ ਪਰਖਣ ਦੀ ਲੋੜ ਆ ਤੇ ਉਹਨਾਂ 'ਤੇ ਵਰਕ ਕਰਨ ਦੀ ਲੋੜ ਆ। ਦੂਜੇ ਪਾਸੇ ਜਿਹੜੇ ਬੰਦੇ ਕੈਸ਼ ਦੇ ਉੱਤੇ ਘੁੰਮਦੇ ਨੇ, ਤੁਹਾਨੂੰ ਉਦੋਂ ਹੀ ਸਮਝ ਜਾਣਾ ਚਾਹੀਦਾ ਹੈ ਕਿ ਇੱਥੇ ਕੁਝ ਖਤਰਨਾਕ ਹੈ, ਇੱਥੇ ਕੁਝ ਗਲਤ ਹੈ। ਤੇ ਹੁਣ ਜਿਵੇਂ ਗੱਲ ਕਰਦੇ ਹੋ ਤੁਸੀਂ, ਏਜੰਟਾਂ ਦੀ ਗੱਲ ਕੀਤੀ ਆ ਵੀ ਠੱਗਾਂ ਤੋਂ ਬਚੋ, ਇਹ ਕਰੋ, ਪਰ ਜੇ ਕੋਈ ਮੈਨੂੰ ਇਹ ਫੋਨ ਕਰ ਦਿੰਦਾ ਵੀ ਦੇਖੋ ਜੀ ਬਰੈਂਪਟਨ ਇਮੀਗ੍ਰੇਸ਼ਨ ਵਾਲਿਆਂ ਨੇ ਇਹ ਗੱਲ ਕੀਤੀ ਹੈ ਪਰ ਸਾਡੇ ਬੱਚਿਆਂ ਨਾਲ ਤਾਂ ਆਹ ਠੱਗੀ ਮਾਰ ਕੇ ਬੈਠੇ ਨੇ ਜੀ। ਸੋ ਕਿਆ ਨਾਮ ਹੈ, ਉਹਨਾਂ ਲਈ ਤੁਹਾਡੇ ਕੋਲ ਇੱਕੋ ਹੀ ਜਵਾਬ ਹੋਣਾ ਚਾਹੀਦਾ ਆ ਕਿ 1 ਮਿੰਟ ਨਾ ਲਾਓ ਤੇ IRCC ਨੂੰ ਚਿੱਠੀ ਪਾਓ। ਮੇਰੀ ਇੱਕ ਕੰਪਲੇਨ, ਅਗਰ ਮੈਂ ਕੁਝ ਗਲਤ ਕੀਤਾ ਆ, ਮੇਰੀ ਇੱਕ ਕੰਪਲੇਨ ਉੱਤੇ ਮੇਰਾ ਲਾਇਸੈਂਸ ਜਾ ਰਿਹਾ ਆ। ਸੋ ਮੈਂ ਆਪਣਾ ਲਾਇਸੈਂਸ ਸਟੇਕ 'ਤੇ ਰੱਖ ਰਿਹਾ ਆ, ਦੂਜੇ ਪਾਸੇ ਕੁਝ ਵੀ ਸਟੇਕ 'ਤੇ ਨਹੀਂ ਆ। ਸੋ ਚੋਇਸ ਇੰਡੀਵਿਜੂਅਲ ਦੀ ਆ ਕਿ ਅਗਰ ਮੈਂ ਕਿਸੇ ਨਾਲ ਠੱਗੀ ਮਾਰ ਰਿਹਾ ਤੇ ਉਹ ਮੈਨੂੰ 1 ਸੈਕਿੰਡ ਲਈ ਨਾ ਬਖਸ਼ੇ, ਹੁਣੇ ਦੇ ਹੁਣੇ IRCC ਨੂੰ ਕੰਪਲੇਨ ਕਰੇ। ਮੈਂ ਇੰਨਾ ਖੁੱਲ੍ਹੇਆਮ, ਇੰਨਾ ਸ਼ਰੇਆਮ ਅਗਰ ਏਜੰਟਸ ਦੇ ਵਿਰੁੱਧ ਬੋਲਦਾ ਆ, ਉਹ ਇਸ ਲਈ ਬੋਲ ਸਕਦਾ ਆ ਕਿਉਂਕਿ ਮੈਨੂੰ ਪਤਾ ਕਿ ਮੈਂ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਆ। ਅਗਰ ਮੈਂ ਵੀ ਉਸ ਤਰੀਕੇ ਨਾਲ ਕੰਮ ਕਰ ਰਿਹਾ ਹੋਵਾਂ ਤੇ ਮੈਂ ਇੰਨਾ ਸ਼ਰੇਆਮ ਇਹਨਾਂ ਠੱਗੀਆਂ ਦੇ ਅਗੇਂਸਟ ਬੋਲਾਂ ਨਾ। ਤੇ ਜੇ ਗੱਲ ਕਰੀਏ ਜੀ ਆਪਾਂ ਆਮ ਤੌਰ 'ਤੇ ਹੁਣ ਜਿਵੇਂ ਸਰਕਾਰ ਬਦਲੀ ਹੈ, ਇਹ ਕਾਂਗਰਸ ਦੇ ਵਿੱਚ ਹੀ ਦੂਜੀ ਵਾਰ ਚੰਨੀ ਸਰਕਾਰ ਬਣ ਜਾਂਦੀ ਹੈ, ਤਾਂ ਅਸੀਂ ਜਿਵੇਂ ਉਹਨਾਂ ਦੇ ਬਿਆਨ ਦੇਖੇ ਆ ਤਾਂ ਬਹੁਤ ਲੋਕਾਂ ਨੇ ਚਰਚਾ ਇਹ ਵੀ ਕੀਤੀ ਹੈ ਕਮੈਂਟਾਂ ਦੇ ਵਿੱਚ, ਉਹ ਕਹਿੰਦੇ ਹੁਣ ਇਮੀਗ੍ਰੇਸ਼ਨ ਏਜੰਟ ਤਾਂ ਅਰਦਾਸਾਂ ਕਰਦੇ ਹੋਣੇ ਵੀ ਜਿਵੇਂ ਚੰਨੀ ਸਾਹਿਬ ਸਿਸਟਮ ਬਦਲਣ ਨੂੰ ਕਹਿ ਰਹੇ ਨੇ ਵੀ ਕਿਤੇ ਵੀ ਰੱਬ ਸਿਸਟਮ ਨਾ ਬਦਲ ਜੇ, ਨਹੀਂ ਤਾਂ ਪੰਜਾਬ ਦਾ ਜੇ ਭਲਾ ਹੋ ਗਿਆ ਸਾਡਾ ਤਾਂ ਕੰਮ ਠੱਪ ਹੋ ਜਾਊਗਾ। ਏਜੰਟ ਅਜਿਹੀਆਂ ਅਰਦਾਸਾਂ ਵੀ ਕਰਦੇ ਆ। ਸੋ ਹੋ ਸਕਦਾ ਆ। ਦ ਪੁਆਇੰਟ ਇਜ਼ ਕਿ ਇੱਕ ਗੱਲ ਸਾਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਤੇ ਮਾਣ ਵੀ ਹੋਣਾ ਚਾਹੀਦਾ। ਭਾਵੇਂ ਕਿ ਮੇਰਾ ਜਨਮ ਕੈਨੇਡਾ ਦਾ ਹੋਵੇ ਪਰ ਮੇਰਾ ਪਹਿਲਾ ਘਰ ਪੰਜਾਬ ਆ, ਅਸੀਂ ਸਾਰੇ ਆਨੰਦਪੁਰ ਦੇ ਵਾਸੀ ਹਾਂ ਜੀ। ਸੋ ਅਗਰ ਪੰਜਾਬ ਦੀ ਧਰਤੀ ਪ੍ਰਫੁੱਲਤ ਹੁੰਦੀ ਆ, ਕਿਸੇ ਵੀ ਬੰਦੇ ਦਾ ਜੀ ਨਹੀਂ ਕਰਦਾ ਕਿ ਉਹ ਆਪਣੇ ਵਤਨ ਨੂੰ ਛੱਡ ਕੇ ਜਾਵੇ। ਅਗਰ ਉਹ ਇਸ ਵਤਨ ਨੂੰ ਛੱਡ ਕੇ ਜਾ ਰਿਹਾ, ਆਪਣੇ ਘਰ-ਬਾਰ ਨੂੰ, ਆਪਣੇ ਮਾਪਿਆਂ ਨੂੰ ਛੱਡ ਕੇ ਜਾ ਰਿਹਾ, ਦੈਟ ਮੀਨਸ ਸਮਥਿੰਗ ਇਜ਼ ਰੋਂਗ ਇਨ ਦ ਸਿਸਟਮ। ਅਤੇ ਅਗਰ ਉਹ ਸਿਸਟਮ ਸੁਧਰਦਾ ਆ,
ਤਾਂ ਆਫਕੋਰਸ ਇਮੀਗ੍ਰੇਸ਼ਨ ਨੂੰ ਕੰਟਰੋਲ ਆਏਗਾ, ਔਰ ਅਗਰ ਇਮੀਗ੍ਰੇਸ਼ਨ ਨੂੰ ਕੰਟਰੋਲ ਆਏਗਾ ਤਾਂ ਉਹ ਜਿਹੜੀ ਇਕੋਨਮੀ ਆ ਉਹ ਪ੍ਰਫੁੱਲਤ ਹੋਊਗੀ, ਤਾਂ ਪੰਜਾਬ ਦੀ ਹੋਊਗੀ। ਔਰ ਪੰਜਾਬੀ ਜਿੱਥੇ ਮਰਜ਼ੀ ਦੁਨੀਆ ਭਰ 'ਚ ਬੈਠਾ ਹੋਵੇ ਉਹ ਪੰਜਾਬ ਵੱਲ ਦੇਖਦਾ ਹੈ, ਤੱਕਦਾ ਹੈ, ਅਤੇ ਉਹ ਪੰਜਾਬ ਨੂੰ ਹੋਰ ਪ੍ਰਫੁੱਲਤ ਹੋਣਾ ਦੇਖਣਾ ਵੀ ਚਾਹੁੰਦਾ ਆ। ਪੰਜਾਬ ਦੇ ਵਿੱਚ ਭਾਵੇਂ ਕੋਈ ਵੀ ਸਟਰਗਲ ਆਈ ਹੋਵੇ, ਭਾਵੇਂ ਉਹ ਫਾਰਮਿੰਗ ਸਟਰਗਲ ਹੋਵੇ, ਭਾਵੇਂ ਉਹ ਪਿਛਲਾ ਸਾਡਾ ਇਤਿਹਾਸ ਹੋਵੇ, ਜਾਂ ਜਦੋਂ ਇੱਕ ਆਮ ਆਦਮੀ ਵਾਲੀ ਵੀ ਲਹਿਰ ਜੀ ਉੱਠੀ, ਉਦੋਂ ਵੀ ਬਾਹਰਲੇ ਬੈਠੇ ਪੰਜਾਬੀਆਂ ਨੇ ਕਦੀ ਵੀ ਇਸ ਤਰੀਕੇ ਨਾਲ ਨਹੀਂ ਡੀਲ ਕੀਤਾ ਕਿ ਆ ਪੰਜਾਬ ਆ ਅਸੀਂ ਨਹੀਂ ਡੀਲ ਕਰਨਾ। ਉੱਥੇ ਬੈਠਾ ਪੰਜਾਬੀ ਵੀ ਪੰਜਾਬੀਆਂ ਦੇ ਨਾਲ, ਸ਼ਾਇਦ ਪੰਜਾਬ 'ਚ ਵਸਦੇ ਹੋਏ ਪੰਜਾਬੀਆਂ ਤੋਂ ਇੱਕ ਸਟੈਪ ਅੱਗੇ ਹੋ ਕੇ ਉਹਨਾਂ ਨੇ ਉਸ ਨਾਲ ਸਟਰਗਲਸ ਨੂੰ ਸਪੋਰਟ ਕੀਤੀ ਆ। ਸੋ ਅਗਰ ਪੰਜਾਬ ਪ੍ਰਫੁੱਲਤ ਹੋ ਰਿਹਾ, ਅਗਰ ਪੰਜਾਬ ਦਾ ਸਿਸਟਮ ਵਧੀਆ ਹੋਵੇ, ਤੇ ਮੈਂ ਆਪ ਇਸ ਚੀਜ਼ ਦਾ ਹਾਮੀਦਾਰ ਹਾਂ ਕਿ ਆਪਣਾ ਵਤਨ, ਆਪਣਾ ਦੇਸ਼ ਪੰਜਾਬ ਛੱਡ ਕੇ ਬਿਲਕੁਲ ਨਹੀਂ ਜਾਣਾ ਚਾਹੀਦਾ। ਤੇ ਤੁਸੀਂ ਕਾਮਨਾ ਕਰਦੇ ਹੋ ਵੀ ਪੰਜਾਬ ਦੇ ਹਾਲਾਤ ਸੁਧਰਨ, ਵੀ ਜੇ ਪੰਜਾਬ ਦੇ ਨੌਜਵਾਨ ਇੱਕ ਵੀ ਨਾ ਬਾਹਰ ਜਾਣਾ ਪਵੇ ਤੇ ਅਸੀਂ ਤਾਂ ਹੋਰ ਬਿਜ਼ਨਸ ਕਰ ਲਾਂਗੇ, ਅਜਿਹਾ ਚਾਹੁੰਦੇ ਹੋ ਤੁਸੀਂ? ਮੇਰੇ ਕੋਲੇ ਅੱਜ ਕਿੰਨੇ ਸਟੂਡੈਂਟਸ ਆਏ ਹੋਏ ਸੀਗੇ, ਸੋ ਉਹਨਾਂ ਵਿੱਚੋਂ ਦੀ ਕਾਫੀ ਬੱਚੇ ਪੜ੍ਹੇ ਲਿਖੇ ਸਨ। ਸੋ ਉਹਨਾਂ ਵਿੱਚੋਂ ਦੀ ਕਈਆਂ ਨੇ ਕਰੀ ਸੀ ਸਰ ਕਿ ਨਾ ਮੈਂ ਵਰਕ ਪਰਮਿਟ ਜਾਂ ਕੁਛ, ਤਾਂ ਮੇਰੀ ਉਹਨਾਂ ਨੂੰ ਜਵਾਬ ਹੁੰਦਾ ਸੀ ਕਿ ਨਹੀਂ ਮਿੱਤਰਾ ਤੇਰੇ ਲਈ ਇਹ ਨਹੀਂ, ਇਹ ਠੀਕ ਆ। ਜਾਂ ਕਈਆਂ ਨੂੰ ਮੈਂ ਵੀ ਕਿਹਾ ਕਿ ਮਿੱਤਰਾ ਤੂੰ ਚੰਗਾ ਭਲਾ ਇੱਥੇ ਬੈਠਾ, ਵਾਈ ਡੂ ਯੂ ਵਾਂਟ ਟੂ ਗੋ ਆਊਟ? ਸੋ ਦਾ ਪੁਆਇੰਟ ਇਜ਼ ਕਿ ਹਰੇਕ ਬੰਦਾ ਸਿਸਟਮ ਕਰਕੇ ਬਾਹਰ ਜਾਂਦਾ ਆ। ਔਰ ਅਗਰ ਪੰਜਾਬ ਦੇ ਲੋਕ ਪੰਜਾਬ 'ਚ ਹੀ ਰਹਿਣ ਤੇ ਸਿਸਟਮ ਵਧੀਆ ਹੋ ਜੇ। ਅਗਰ ਪੰਜਾਬ ਦਾ ਹੀ ਸਿਸਟਮ ਕੈਨੇਡਾ ਵਰਗਾ ਹੋ ਜੇ ਤਾਂ ਕੋਈ ਵੀ ਬੰਦਾ ਕੈਨੇਡਾ ਕਿਉਂ ਜਾਊਗਾ? ਔਰ ਅਸੀਂ ਸਾਰੇ ਇਹ ਚਾਹਾਂਗੇ ਕਿ ਇਹੋ ਜਿਹਾ ਸਿਸਟਮ ਆਵੇ, ਕਿਉਂਕਿ ਬਿਜ਼ਨਸ ਜਿਹੜਾ, ਮੈਂ ਬਿਜ਼ਨਸਮੈਨ ਆ, ਔਰ ਬੀਇੰਗ ਅ ਬਿਜ਼ਨਸਮੈਨ ਮੇਰੇ ਲਈ ਅਗਰ ਅੱਜ ਇੱਥੇ ਇਮੀਗ੍ਰੇਸ਼ਨ ਦਾ ਕੰਮ ਸਲੋ ਹੋਊਗਾ ਤੇ ਹੋਰ 3600 ਵਤਨ ਨੇ ਜਿੱਥੇ ਇਮੀਗ੍ਰੇਸ਼ਨ ਦਾ ਕੰਮ ਤੇਜ਼ ਹੋਊਗਾ। ਮੈਂ ਇੱਥੋਂ ਦੀ ਹਿੰਦੁਸਤਾਨ ਤੋਂ ਬਾਅਦ 'ਚੋਂ ਮੇਰਾ ਅਗਲਾ ਸੈਮੀਨਾਰਸ ਪਾਕਿਸਤਾਨ ਦੇ ਵਿੱਚ ਆ। ਸੋ ਮੈਂ ਪਾਕਿਸਤਾਨ ਜਾਣਾ, ਉਸ ਤੋਂ ਅਗਲਾ ਅਜੇ ਮੈਂ ਵੇਟ ਕਰ ਰਿਹਾ ਨਿਊਜ਼ੀਲੈਂਡ ਬਾਰਡਰਸ ਦਾ ਕੀ ਬਣ ਰਿਹਾ ਆ। ਸੋ ਮੇਰੇ ਆਲਰੇਡੀ ਸੈਮੀਨਾਰਸ ਬੁੱਕ ਨੇ ਨਿਊਜ਼ੀਲੈਂਡ ਦੇ ਅੰਦਰ। ਸੋ ਦ ਪੁਆਇੰਟ ਇਜ਼ ਕਿ ਮੇਰੇ ਵਾਸਤੇ ਬਿਜ਼ਨਸ ਬਹੁਤ ਇੰਪੋਰਟੈਂਟ ਆ, ਪਰ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਪੰਜਾਬ ਤੇ ਪੰਜਾਬੀਅਤ ਪ੍ਰਫੁੱਲਤ ਹੋਵੇ, ਉਹਦੇ ਨਾਲੋਂ ਬੈਟਰ ਕਿਸੇ ਵੀ ਪੰਜਾਬੀ ਵਾਸਤੇ। ਲਾਈਕ ਬਿਜ਼ਨਸ ਹਰੇਕ ਬੰਦਾ ਪੈਸਾ ਕਮਾਉਣਾ ਚਾਹੁੰਦਾ, ਪਰ ਬਿਜ਼ਨਸ ਹਰੇਕ ਬੰਦੇ ਵਾਸਤੇ ਸੈਕਿੰਡ ਹੁੰਦਾ ਆ। ਪਹਿਲਾਂ ਹਰੇਕ ਬੰਦੇ ਦਾ ਧਿਆਨ ਪੰਜਾਬ ਵੱਲ ਹੁੰਦਾ ਆ। ਜਿਵੇਂ ਆਮ ਤੌਰ 'ਤੇ ਲੋਕ ਕਹਿੰਦੇ ਵੀ ਕਈ ਏਜੰਟ ਠੱਗ ਨੇ, ਲੁੱਟਦੇ ਨੇ ਜਾਂ ਧੋਖਾ ਕਰ ਜਾਂਦੇ ਨੇ, ਪਰ ਕਈ ਏਜੰਟ ਬਹੁਤ ਇਮਾਨਦਾਰ ਨੇ, ਪਰ ਉਹ ਦੂਜੇ ਪਾਸੇ ਨੂੰ ਕਹਿੰਦੇ ਰਗੜ ਦਿੰਦੇ ਆ। ਵੀ ਜੇ ਇੱਕ ਏਜੰਟ ਮੰਨ ਲਓ ਜਿਹਦੇ ਕੋਲ ਪੰਜਾਬ ਦਾ ਹੀ ਲਾਇਸੈਂਸ ਹੈ ਜੀ, ਉਹ 3-4 ਲੱਖ ਦੇ ਵਿੱਚ, 5 ਲੱਖ ਦੇ ਵਿੱਚ ਭੇਜ ਦਿੰਦਾ ਜੀ ਕੈਨੇਡਾ, ਇੱਕ 17-18 ਲੱਖ ਨੂੰ ਲਵਾ ਦਿੰਦਾ ਜੀ, 12-15 ਲੱਖ ਦਾ ਕਹਿੰਦੇ ਮਾਰਜਨ ਕਿੱਥੇ, ਇਹ ਮਤਲਬ ਕਿ ਇਸ ਤਰ੍ਹਾਂ ਠੱਗੀ ਜਾਂਦੇ ਆ ਜੀ। ਸੋ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਸਸਤਾ ਹਾਂ ਜਾਂ ਬਹੁਤ ਮਹਿੰਗਾ ਆ, ਬਟ ਜਿਹੜੀ ਚੀਜ਼ ਮੈਂ ਤੁਹਾਨੂੰ ਸਟੱਡੀ ਪਰਮਿਟਸ, ਕੈਨੇਡੀਅਨ ਸਟੱਡੀ ਪਰਮਿਟਸ 'ਤੇ ਦੱਸ ਸਕਦਾ ਹਾਂ, ਉਹ ਹੈਗਾ ਕਿ ਜਿਹੜੇ ਬੱਚੇ 3 ਸ਼ਰਤਾਂ ਪੂਰੀਆਂ ਕਰਨ, ਆਈਲੈਟਸ ਦਾ ਸਕੋਰ ਠੀਕ ਹੋਵੇ, ਕੋਈ ਗੈਪ ਨਾ ਹੋਵੇ, ਕੋਈ ਰਿਫਿਊਜ਼ਲ ਨਾ ਲੱਗੀ ਹੋਵੇ, ਉਹਨਾਂ ਤੋਂ ਮੈਂ $1 ਵੀ ਨਹੀਂ ਚਾਰਜ ਕਰਦਾ, ਫ੍ਰੀ ਆਫ ਕਾਸਟ ਉਹਨਾਂ ਦੀ ਐਪਲੀਕੇਸ਼ਨ ਲਗਾਉਂਦਾ ਆ। ਜਿਹੜੇ ਬੰਦੇ ਦੇ ਰਿਫਿਊਜ਼ਲਸ ਲੱਗੇ ਹੋਣ ਜਾਂ ਕਿਸੇ 3 ਸ਼ਰਤਾਂ ਦੇ ਉੱਤੇ ਕੋਈ ਵੀ ਪ੍ਰੋਬਲਮ ਹੋਵੇ ਤਾਂ 100% ਮੈਂ ਉਸ 'ਚ ਪੈਸੇ ਚਾਰਜ ਕਰਦਾ ਆ। ਸੋ ਦ ਪੁਆਇੰਟ ਇਜ਼ ਕਿ ਕੀ ਉਹਨਾਂ ਪੈਸਿਆਂ ਨੂੰ ਉਹ ਵਰਥ ਹੈਗਾ ਜਿਹੜੀ ਮੈਂ ਸਰਵਿਸ ਦੇ ਰਿਹਾ ਕਿ ਨਹੀਂ ਵਰਥ ਹੈਗਾ। ਮੈਂ ਨਹੀਂ, ਮੇਰੇ ਤੋਂ ਵੀ ਸਸਤੇ ਬਹੁਤ ਮਾਰਕੀਟ 'ਚ ਬੈਠੇ ਹੋਣਗੇ, ਪਰ ਮੈਨੂੰ ਇਸ ਚੀਜ਼ ਦਾ ਵੀ ਪਤਾ ਹੈ ਕਿ ਇੱਕ ਬ੍ਰਾਂਡ ਵੈਲਿਊ ਆ। ਅਗਰ ਨਾਈਕੀ ਦਾ ਸ਼ੂ ਲਓਗੇ ਤਾਂ ਹੋ ਸਕਦਾ ਉਹ ਥੋੜ੍ਹਾ ਮਹਿੰਗਾ ਹੋ। ਮੈਂ ਨਹੀਂ ਕਹਿੰਦਾ ਕਿ ਮੇਰੇ ਤੋਂ ਮਹਿੰਗੇ ਨਹੀਂ ਹੈਗੇ, ਬਹੁਤ ਮਹਿੰਗੇ ਵੀ ਹੋਣਗੇ, ਬਟ ਮੇਰੇ ਤੋਂ ਸਸਤੇ ਵੀ ਬਹੁਤ ਹੋਣਗੇ, ਪਰ ਉਹ ਲਾਇਸੈਂਸਡ ਨਹੀਂ ਹੋਣਗੇ। ਮੇਰਾ ਲਾਇਸੈਂਸ ਜਿਹੜਾ ਆ ਉਹਦੀ ਵੈਲਿਊ ਆ, ਮੇਰੀ ਮਿਹਨਤ ਜਿਹੜੀ ਆ, ਮੈਂ ਜਿਹੜੇ ਪੜ੍ਹਾਈ ਕਰਕੇ ਲਾਇਸੈਂਸ ਲਿਆ ਉਹਦੀ ਵੈਲਿਊ ਆ, ਔਰ ਉਹ ਲਾਇਸੈਂਸ ਸਟੇਕ 'ਤੇ ਵੀ ਰਹਿੰਦਾ ਆ। ਇੱਥੇ ਬੈਠਾ ਕੋਈ ਬੰਦਾ, ਹੁਣ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਡੈਪੂਟੇਸ਼ਨ ਦੀ, ਇੱਥੇ ਬੈਠਾ ਕੋਈ ਏਜੰਟ ਡੈਪੂਟੇਸ਼ਨ ਦਾ ਕੇਸ ਟ੍ਰਿਬਿਊਨਲ 'ਚ ਫਾਈਟ ਕਰ ਸਕਦਾ? ਨਹੀਂ ਕਰ ਸਕਦਾ, ਮੈਂ ਕਰ ਸਕਦਾ ਹਾਂ। ਸੋ ਇਹ ਇੱਕ ਪ੍ਰੋਸੈਸ ਆ ਜਿਹਦੇ ਵਿੱਚ ਦੀ ਅਸੀਂ ਸਾਰੇ ਨਿਕਲਦੇ ਹਾਂ। ਇਸ ਪ੍ਰੋਸੈਸ ਦੇ ਵਿੱਚ ਹਾਂ ਕਾਸਟਿੰਗ ਆਫਕੋਰਸ ਮੇਰੇ ਨਾਲ ਸਸਤੇ ਵੀ ਬਹੁਤ ਹੋਣਗੇ, ਮੇਰੇ ਤੋਂ ਮਹਿੰਗੇ ਵੀ ਬਹੁਤ ਹੋਣਗੇ, ਪਰ ਮੇਰਾ ਇੱਕ ਫੰਡਾ ਆ ਕਿ ਮੇਰਾ ਕੰਮ ਜਿਹੜਾ ਆ ਉਹ ਬਹੁਤ ਸਾਫ਼ ਆ, ਬਹੁਤ ਕਲੀਅਰ ਆ, ਅਤੇ ਮੈਂ ਪਹਿਲਾਂ ਦੱਸ ਕੇ ਕੰਮ ਕਰਦਾ ਹਾਂ। ਅਤੇ ਜਿਵੇਂ ਜਿਹੜੇ ਵੀਜ਼ੇ ਵਗੈਰਾ ਹੁੰਦੇ ਆ ਜੀ, ਕਿਉਂਕਿ ਜਿਨ੍ਹਾਂ ਦੇ ਨਾਲ ਠੱਗੀ ਹੁੰਦੀ ਹੈ ਜਾਂ ਉਹ ਸਾਨੂੰ ਦੱਸਦੇ ਨੌਜਵਾਨ ਵੀ ਸਾਨੂੰ ਜੀ ਜਦੋਂ ਵੀਜ਼ਾ ਆਇਆ ਸੀ ਤਾਂ ਇਸ ਏਜੰਟ ਨੇ ਇੱਕ ਪੁਲ 'ਤੇ ਬੁਲਾ ਕੇ ਦੇ ਦਿੱਤਾ, ਕਹਿੰਦੇ ਜੀ ਵੀਜ਼ਾ, ਦੇ ਬਾਅਦ ਦੇ ਵਿੱਚ ਜਦੋਂ ਚੜ੍ਹਨ ਲੱਗੇ ਉਹ ਕਹਿੰਦੇ ਵੀਜ਼ਾ ਵੀ ਨਕਲੀ ਹੈ। ਅਤੇ ਜਿਹੜੇ ਵੀਜ਼ੇ ਵਗੈਰਾ ਜਦੋਂ ਆਉਂਦੇ ਆ ਤਾਂ ਤੁਸੀਂ ਪੁਲ ਵਗੈਰਾ 'ਤੇ ਬੁਲਾਉਂਦੇ ਹੋ ਜਾਂ ਕਿਵੇਂ ਕਰਦੇ? ਸੋ ਮੇਰਾ ਸੋਸ਼ਲ ਮੀਡੀਆ ਪਲੇਟਫਾਰਮ ਦੇਖਿਆ ਜਾ ਸਕਦਾ ਆ, ਮੇਰੇ ਸਾਰੇ ਰਿਜ਼ਲਟਸ 99.9% ਸੋਸ਼ਲ ਮੀਡੀਆ 'ਤੇ ਪਏ ਨੇ। ਸਾਰੇ ਵੀਜ਼ੇਜ਼ ਦੀ ਕਾਪੀ, ਸਾਰੇ ਅਪਰੂਵਲ ਲੈਟਰਸ। ਸੋ ਮੈਨੂੰ ਨਹੀਂ ਪਤਾ ਕਿਹੜਾ ਕੌਣ ਬੰਦਾ ਪੁਲਿਸ 'ਤੇ ਬੁਲਾਉਂਦਾ ਆ, ਪਰ ਅਗਰ ਕੋਈ ਬੰਦਾ ਪੁਲ 'ਤੇ ਬੁਲਾ ਕੇ ਤੁਹਾਨੂੰ ਵੀਜ਼ਾ ਦੇ ਰਿਹਾ ਤਾਂ ਫਿਰ ਮੈਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਸ਼ਾਇਦ, ਕਿ ਜਿਹੜਾ ਲੈਣ ਵਾਲਾ ਆ ਉਹਨੂੰ ਵੀ ਸੋਚਣਾ ਚਾਹੀਦਾ ਆ।
ਬਿਲਕੁਲ ਸੋ ਬਹੁਤ ਸਾਰੇ ਨੌਜਵਾਨਾਂ ਦੇ ਸਵਾਲ ਨੇ ਜਿਹੜੇ ਉਹ ਸਿੱਧੇ ਤੌਰ ਤੇ ਅਸੀਂ ਇਹਨਾਂ ਦੇ ਨੰਬਰ ਵੀ ਦੇ ਰਹੇ ਹਾਂ। ਉਹ ਕਿਉਂਕਿ ਜਿਹੜਾ ਸਟੂਡੈਂਟ ਹੈ ਜਿਹਨੇ ਜਾਣਾ ਉਹਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਕੁਐਸਚਨ ਹੁੰਦੇ ਆ। ਸਾਡੇ ਕੋਲ ਤਾਂ ਸਿਰਫ ਉਹ ਕੁਐਸਚਨ ਹੁੰਦੇ ਨੇ ਜਿਹਨੇ ਤੁਸੀਂ ਫੋਨ ਕਰ ਦਿੰਦੇ ਹੋ ਸਾਨੂੰ, ਜਾਂ ਨਾਰਮਲ ਜਿਹੜੇ ਸਵਾਲ ਰਹਿੰਦੇ ਨੇ ਉਹ ਅਸੀਂ ਇਹਨਾਂ ਤੋਂ ਪੁੱਛ ਸਕਦੇ ਹਾਂ, ਜਾਂ ਅਸੀਂ ਇਹਨਾਂ ਤੋਂ ਪੁੱਛ ਸਕਦੇ ਹਾਂ ਵੀ ਤੁਸੀਂ ਕਿੰਨੇ ਕੁ ਇਮਾਨਦਾਰੀ ਦੇ ਨਾਲ ਗੱਲ ਕਰਦੇ ਹੋ। ਕਿਉਂਕਿ ਬਹੁਤ ਸਾਰੇ ਏਜੰਟ ਪਹਿਲਾਂ ਕਹਿ ਦਿੰਦੇ ਆ ਜੀ ਬੱਚੇ ਨੂੰ ਵੀ ਤੁਹਾਡਾ 100% ਵੀਜ਼ਾ ਲੱਗਿਆ ਪਿਆ ਜੀ, ਸਮਝੋ ਮਾਂ-ਬਾਪ ਨੂੰ ਵੀ ਇਹ ਕਹਿ ਦਿੰਦੇ ਆ, ਪਰ ਬਾਅਦ ਵਿੱਚ ਜਦੋਂ 6 ਮਹੀਨੇ ਦਾ ਸਮਾਂ ਵੀ ਕੱਢ ਲੈਂਦਾ ਜੀ ਅਗਲਾ, ਪਰ ਨਿਰਾਸ਼ ਤਾਂ ਪੱਲੇ ਹੁੰਦੀ ਹੈ ਜੀ। ਇਹਦੇ ਬਾਰੇ ਤੁਸੀਂ ਪਹਿਲਾਂ ਹੀ ਕਰ ਦਿੰਦੇ ਹੋ? ਸੋ ਮੈਂ ਇਸ ਟਾਈਮ ਲਾਈਵ ਟੀਵੀ ਦੇ ਉੱਤੇ ਇਹ ਗੱਲ ਕਲੀਅਰ ਕਰ ਰਿਹਾ ਕਿ ਕੋਈ ਗਾਰੰਟੀ ਨਹੀਂ, ਟੈਂਪਰੇਰੀ ਪਰਮਿਟਸ ਦੇ ਉੱਤੇ ਕੋਈ ਗਾਰੰਟੀ ਨਹੀਂ ਕਿ ਵੀਜ਼ਾ ਲੱਗੂਗਾ ਕਿ ਨਹੀਂ ਲੱਗੂਗਾ। ਸੈਕੰਡਲੀ, ਹਾਂ, ਅਗਰ ਪਰਮਨੈਂਟ ਰੈਜ਼ੀਡੈਂਸੀ ਦਾ ਕੇਸ ਹੈਗਾ ਆ, ਅਗਰ ਅਸੀਂ ਉਹ ਕੇਸ ਫੜਿਆ ਆ, ਅਗਰ ਉਹ ਕੇਸ ਰਿਫਿਊਜ਼ ਹੁੰਦਾ ਅਸੀਂ ਟ੍ਰਿਬਿਊਨਲ 'ਚ ਜਾ ਸਕਦੇ ਹਾਂ, ਪਰ ਟੈਂਪਰੇਰੀ ਪਰਮਿਟਸ ਦੇ ਉੱਤੇ ਯੂ ਕੈਨੋਟ ਗੋ ਟੂ ਟ੍ਰਿਬਿਊਨਲਸ, ਇਸ ਲਈ ਕੋਈ ਗਾਰੰਟੀ ਨਹੀਂ ਹੈਗੀ। PR ਦੇ ਕੇਸਿਸ ਦੇ ਉੱਤੇ ਮੈਂ ਗਾਰੰਟੀ ਦਿੰਦਾ ਜੀ। ਤੇ ਬਹੁਤ ਸਾਰੇ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਭੇਜ ਦਿੰਦੇ, ਉੱਥੇ ਜਾ ਕੇ ਬੱਚੇ ਬਾਗੀ ਹੋ ਜਾਂਦੇ ਜਾਂ ਬਹੁਤ ਨਿਰਾਸ਼ਤਾ ਵਾਲੀਆਂ ਗੱਲਾਂ ਹੁੰਦੀਆਂ, ਉਹਦੇ ਬਾਰੇ ਵੀ ਕੋਈ ਸੁਜੈਸ਼ਨ ਹੈਗੀ ਹੈ ਜੀ ਏਜੰਟ ਦੇ ਕੋਲ ਵੀ ਕੀ ਕਰਨਾ ਚਾਹੀਦਾ ਹੈ, ਕਿਸ ਤਰ੍ਹਾਂ ਧਿਆਨ ਰੱਖਿਆ ਜਾਵੇ? ਸੋ ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਕਈ NGOs ਦੇ ਨਾਲ ਮਿਲ ਕੇ ਕੰਮ ਕਰਦੀ ਆ। ਪਿਛਲੇ ਕੁਝ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਕਾਫੀ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ, ਜਿਨ੍ਹਾਂ ਕਰਕੇ ਇੱਕ NGO ਯੂਥ ਫॉर ਫਿਊਚਰ ਦੇ ਨਾਲ ਬਰੈਂਪਟਨ ਇਮੀਗ੍ਰੇਸ਼ਨ ਕੋਲੈਬੋਰੇਸ਼ਨ 'ਚ ਕੰਮ ਕਰ ਰਹੀ ਹੈ, ਜਿੱਥੇ ਉਹਨਾਂ ਨੂੰ ਕਾਉਂਸਲਿੰਗਸ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਪੂਰਾ ਐਟਮੋਸਫੇਅਰ ਚੇਂਜ ਹੁੰਦਾ ਆ। ਕਿੱਥੇ ਉਹ ਪੰਜਾਬ ਦਾ ਰਹਿਣਾ ਸਹਿਣਾ ਅਤੇ ਉੱਥੇ ਦਾ ਰਹਿਣਾ ਸਹਿਣਾ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ। ਸੋ ਉਹ ਪੂਰੀ ਜਿਹੜੀ ਜਰਨੀ ਆ, ਉਸ ਜਰਨੀ ਦੇ ਵਿੱਚ ਅਸੀਂ ਉਹਨਾਂ ਦਾ ਸਾਥ ਦੇ ਰਹੇ ਹਾਂ। ਹੋਰ ਇੰਨਾ ਹੀ ਨਹੀਂ ਆ, ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਵਰਲਡ ਵਾਈਡ ਕੈਨੇਡੀਅਨ ਵਰਕਫੋਰਸ ਦੇ ਨਾਲ ਕੋਲੈਬੋਰੇਟ ਹੋ ਕੇ ਕੰਮ ਕਰ ਰਹੀ ਹੈਗੀ ਹੈ। ਦੈਟ ਮੀਨਸ ਕਿ ਜਿਹੜਾ ਬੱਚਾ ਪੰਜਾਬ ਤੋਂ ਜਾ ਰਿਹਾ, ਜਿਸ ਦਿਨ ਉਹ ਲੈਂਡ ਕਰ ਰਿਹਾ ਆ, ਸੈਕਿੰਡ ਡੇ ਉਹਦੇ ਕੋਲ ਜੌਬ ਆ, ਸੋ ਹੀ ਕੈਨ ਸਟਾਰਟ ਵਰਕਿੰਗ ਦ ਸੇਮ ਡੇ ਹੀ ਲੈਂਡਸ। ਸੋ ਇਹ ਕੁਛ ਚੀਜ਼ਾਂ ਨੇ, ਕਿਉਂਕਿ ਅਸੀਂ ਸਾਡਾ ਬੇਸ ਹੀ ਉੱਥੇ ਆ, ਇਸ ਲਈ ਜਿਹੜੀਆਂ ਸਰਵਿਸਿਜ਼ ਅਸੀਂ ਇਨ ਹਾਊਸ ਉੱਥੇ ਪ੍ਰੋਵਾਈਡ ਕਰ ਸਕਦੇ ਹਾਂ, ਉਹ ਇੱਥੇ ਦੇ ਗੋਸਟ ਕੰਸਲਟੈਂਟਸ ਨਹੀਂ ਪ੍ਰੋਵਾਈਡ ਕਰ ਸਕਦੇ। NGO ਦੇ ਨਾਲ ਮਿਲ ਕੇ ਕੰਮ ਕਰਦੇ ਹੋ, ਪਰ ਹੁਣ ਅਸੀਂ ਇਸ ਗੱਲ ਦੀ ਗਾਰੰਟੀ ਤੁਸੀਂ ਕਿਵੇਂ ਚੱਕ ਸਕਦੇ ਹੋ ਵੀ ਉਹ NGO ਵਾਲੇ ਇਮਾਨਦਾਰ ਨੇ ਜੀ, ਵੀ ਉਹ ਕਿਸੇ ਦਾ, ਕਿਉਂਕਿ NGO ਇੱਥੇ ਤਾਂ ਸਮਾਜ ਸੇਵੀ ਬਹੁਤ ਸਾਰੇ ਵਿਵਾਦਾਂ ਦੇ ਘੇਰੇ 'ਚ ਆ ਜਾਂਦੇ ਵੀ ਤੁਸੀਂ ਤਾਂ ਯਾਰ ਲੁੱਟ ਮਚਾਈ ਹੋਈ ਖਾਂਦੇ ਹੋ, ਤੇ ਇਹ ਕੀ ਗਾਰੰਟੀ ਹੈ? ਸੋ ਗਾਰੰਟੀ ਕੋਈ ਬੰਦਾ ਕਿਸੇ ਦੀ ਵੀ ਨਹੀਂ ਲੈ ਸਕਦਾ। ਜਿਹੜੀਆਂ ਏਜੰਸੀਜ਼ ਨੇ, ਜਿਹੜੀਆਂ NGOs ਨੇ, ਇਹ ਸਾਰੀਆਂ ਰਜਿਸਟਰਡ ਹੁੰਦੀਆਂ ਨੇ। ਮੈਨੂੰ ਨਹੀਂ ਪਤਾ ਕਿ ਪੰਜਾਬ 'ਚ ਹੁੰਦੀਆਂ ਕਿ ਨਹੀਂ ਹੁੰਦੀਆਂ, ਬਟ ਕੈਨੇਡਾ ਦੇ ਵਿੱਚ ਹਰੇਕ ਪ੍ਰੋਵਿੰਸ ਦੇ ਵਿੱਚ ਜਿੱਥੇ ਜਿੱਥੇ ਉਹ NGO ਹੁੰਦੀ, ਉਹਨਾਂ ਨੂੰ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਪੈਂਦਾ ਆ। ਸੋ ਅਗਰ ਉੱਥੇ ਕੁਝ ਗਲਤ ਹੋ ਰਿਹਾ ਹੋਊਗਾ ਤਾਂ ਸਰਕਾਰ ਉਹਨਾਂ ਦੇ ਉੱਤੇ ਐਕਸ਼ਨ ਲਵੇਗੀ, ਪਰ ਸਾਡਾ ਜਿਹੜਾ ਫਰਜ਼ ਸੀਗਾ, ਵੀ ਆਰ ਜਸਟ ਸਪੋਰਟਿੰਗ ਦੈਟ NGO ਬਿਕੋਜ਼ ਸਾਨੂੰ ਇਹ ਲੱਗਦਾ ਕਿ ਉਹ ਜਿਹੜੀ NGO ਹੈਗੀ ਆ, ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਪੋਰਟ ਕਰਦੀ ਪਈ ਆ ਜੀ। ਤੇ ਜਿਵੇਂ ਗੱਲ ਪਿੱਛੇ ਜੇ ਨਿਊਜ਼ੀਲੈਂਡ ਦੀ ਹੋਈ ਹੈ ਜੀ, ਵੀ ਉੱਥੇ ਜਿਹੜੇ 3 ਸਾਲ ਤੋਂ ਰਹਿ ਰਹੇ ਸੀਗੇ ਜੀ ਸਾਰੇ ਲੋਕ, ਉਹਨਾਂ ਨੇ ਪੱਕੇ ਕਰ ਦਿੱਤੇ ਜਾਂ $27 ਕਰਕੇ ਕਿਸੇ ਦੀ ਸਰਲੀ ਸੀਗੀ, ਤੇ ਇਸ ਤਰ੍ਹਾਂ ਦਾ ਕੁਝ ਕੈਨੇਡਾ ਸਰਕਾਰ ਵੀ ਕਰਨ ਜਾ ਰਹੀ ਹੈ ਜੀ, ਜਾਂ ਫਿਰ ਉਹ ਜੋ ਕਰ ਰਹੀ ਆ ਉਹੀ ਵਧੀਆ? ਸੋ ਕੈਨੇਡਾ ਸਰਕਾਰ ਅੱਜ ਤੋਂ ਨਹੀਂ, ਕਈ ਸਾਲਾਂ ਤੋਂ, ਤੁਸੀਂ ਇਹ ਦੇਖੋ ਕਾਮਾਕਾਟਾ ਮਾਰੂ ਤੋਂ ਲੈ ਕੇ ਹੁਣ ਤੱਕ ਦਾ ਇੱਕ ਵੱਡਾ ਇਤਿਹਾਸ ਆ, ਖਾਸ ਕਰਕੇ ਪੰਜਾਬੀ ਕਮਿਊਨਿਟੀ ਦਾ। ਉਸ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ 84 ਤੋਂ ਲੈ ਕੇ 92 ਤੱਕ ਦਾ ਸਮਾਂ ਰਿਹਾ, ਉਦੋਂ ਕੈਨੇਡਾ ਦੀ ਸਰਕਾਰ ਨੇ ਹਿਊਮੈਨਿਟੇਰੀਅਨ ਤੌਰ ਦੇ ਉੱਤੇ ਜਿਹੜੇ ਬੰਦੇ ਦੇ ਉੱਤੇ ਵੀ ਜਾਨ ਦਾ ਖਤਰਾ ਸੀ, ਉਹਨਾਂ ਨੂੰ ਰਿਫਿਊਜੀ ਅਸਾਈਲਮਸ ਦਿੱਤੀਆਂ। 92 ਤੋਂ ਬਾਅਦ 'ਚੋਂ ਹੁਣ ਤੱਕ ਵੀ, ਭਾਵੇਂ ਕੋਵਿਡ ਆਇਆ, ਕੋਵਿਡ ਦੇ ਵਿੱਚ ਕੈਨੇਡਾ ਦੀ ਸਰਕਾਰ ਨੇ ਵਖਰੇਵਾ ਨਹੀਂ ਕੀਤਾ ਕਿ ਇਹ ਕੈਨੇਡੀਅਨ ਸਿਟੀਜ਼ਨ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਆ। ਹਰੇਕ ਸਟੂਡੈਂਟ ਨੂੰ, ਹਰੇਕ ਇੰਟਰਨੈਸ਼ਨਲ ਸਿਟੀਜ਼ਨ ਨੂੰ, ਕੈਨੇਡੀਅਨ ਸਿਟੀਜ਼ਨ ਨੂੰ $2,000 ਮਹੀਨੇ ਦਾ ਦਿੱਤਾ, ਸੋ ਦੈਟ ਉਹ ਸਰਵਾਈਵ ਕਰ ਸਕੇ ਇਸ ਪੈਂਡੇਮਿਕ ਦੇ ਦੌਰਾਨ। ਇੰਨਾ ਹੀ ਨਹੀਂ, ਅਗਰ ਤੁਸੀਂ ਇੱਕ ਐਗਜ਼ਾਮਪਲ ਅਗਰ ਐਕਸਪ੍ਰੈਸ ਐਂਟਰੀ ਦੀ ਲੈ ਲਓ, ਤਾਂ ਸਾਲ 1.5 ਸਾਲ ਪਿੱਛੇ ਚਲੇ ਜਾਓ, ਜਦੋਂ ਇਹ ਪੈਂਡੇਮਿਕ ਨਹੀਂ ਸੀ ਆਇਆ, ਉਦੋਂ ਕੀ ਸਕੋਰ ਹੁੰਦਾ ਸੀ, ਅਤੇ ਪੈਂਡੇਮਿਕ ਦੌਰਾਨ 75 CRS ਸਕੋਰ ਦਾ ਵੀ ਲੋਟਰੀਆਂ ਲੱਗੀਆਂ। ਫਿਰ ਉਸ ਤੋਂ ਬਾਅਦ 'ਚੋਂ TR to PR ਦਾ ਇੱਕ ਪ੍ਰੋਗਰਾਮ ਸਿਰਫ ਅਤੇ ਸਿਰਫ ਪੈਂਡੇਮਿਕ ਦੌਰਾਨ ਉਹਨਾਂ ਲੋਕਾਂ ਲਈ ਅਨਾਊਂਸ ਕੀਤਾ ਗਿਆ ਜਿਹੜੇ ਕੈਨੇਡਾ ਦੇ ਵਿੱਚ ਪੜ੍ਹਾਈ ਕਰਦੇ ਪਏ ਸਨ। ਸੋ ਆਈ ਫੀਲ ਕਿ ਕੈਨੇਡਾ ਦੀ ਸਰਕਾਰ ਜਾਂ ਕੈਨੇਡੀਅਨ ਕਲਚਰ ਜਿਹੜਾ, ਜਾਂ ਕੈਨੇਡਾ ਦਾ ਇੱਕ ਇਤਿਹਾਸ ਜਿਹੜਾ ਆ, ਉਹ ਹਮੇਸ਼ਾ ਹੀ ਬਾਕੀ ਦੇਸ਼ਾਂ ਨਾਲੋਂ ਇੱਕ ਕਦਮ ਅੱਗੇ ਹੀ ਰਿਹਾ ਆ, ਭਾਵੇਂ ਉਹ ਪੈਂਡੇਮਿਕ ਦੌਰਾਨ ਹੋਵੇ, ਭਾਵੇਂ ਉਹ ਹਿਊਮਨ ਰਾਈਟਸ ਦੀ ਗੱਲ ਹੋਵੇ, ਜਾਂ ਈਵਨ ਇੰਟਰਨੈਸ਼ਨਲ ਇਸ਼ੂਜ਼ ਦੇ ਉੱਤੇ ਵੀ। ਸੋ ਅਗਰ ਫਾਰਮਰ ਸਟਰਗਲ ਚੱਲੀ ਤਾਂ ਕੈਨੇਡਾ ਦੀ ਪ੍ਰੋਵਿੰਸ਼ੀਅਲ ਪਾਰਲੀਮੈਂਟਸ ਤੋਂ ਲੈ ਕੇ ਫੈਡਰਲ ਪਾਰਲੀਮੈਂਟ ਤੱਕ ਇਹਨਾਂ ਟੌਪਿਕਸ ਦੇ ਉੱਤੇ ਡਿਸਕਸ਼ਨਸ ਹੋਈਆਂ। ਪਹਿਲੇ ਤਾਂ ਤੁਸੀਂ ਜਿਹੜਾ ਤੁਹਾਡਾ ਸਟਾਫ ਹੀ ਜਿਹੜਾ ਕਾਲਸ ਅਟੈਂਡ ਕਰਦਾ ਸੀ, ਪਰ ਅੱਜ ਤੁਸੀਂ ਕੁਝ ਸਟੂਡੈਂਟਸ ਨੂੰ ਫੇਸ ਟੂ ਫੇਸ ਮਿਲੇ ਹੋ, ਪ੍ਰੋਬਲਮ ਕੀ ਨੇ ਅਸਲ ਦੇ ਵਿੱਚ ਸਟੂਡੈਂਟਸ ਦੀਆਂ? ਜ਼ਿਆਦਾ ਕੀ ਇੱਥੇ ਦੇ ਏਜੰਟਸ ਤੋਂ ਸਤਾਏ ਹੋਏ ਨੇ,
ਜਾਂ ਕੋਈ ਕੀ ਕਾਰਨ ਹੈ, ਨਿਰਾਸ਼ ਨੇ ਜਾਂ ਕਿਵੇਂ ਦੀਆਂ ਕੁਆਰੀਜ਼ ਜ਼ਿਆਦਾ ਸੀ? ਸੋ ਮੈਨੂੰ ਇਹ ਮਹਿਸੂਸ ਹੋਇਆ ਕਿ ਦੋ ਚੀਜ਼ਾਂ ਨੇ। ਇੱਕ ਏਜੰਟਸ ਨਿਰਾਸ਼ ਨੇ ਅਨਡਾਊਟਡਲੀ, ਦੂਸਰੀ ਬੜੀ ਅਨਫੋਰਚੂਨੇਟ ਸਿਚੁਏਸ਼ਨ ਆ ਸ਼ਾਰਟਕਟਸ ਭਾਲਣ ਦੀ। ਇਹ ਜਿਹੜੀ ਸ਼ਾਰਟਕਟਸ ਭਾਲਣ ਵਾਲੀ ਬਿਮਾਰੀ ਆ, ਇਹ ਹੀ ਇੱਕ ਰੀਜ਼ਨ ਆ ਕਿ ਉਹ ਜਿਹੜੀਆਂ ਦੁਕਾਨਾਂ ਨੇ ਉਹ ਚੱਲ ਰਹੀਆਂ ਨੇ। ਸ਼ਾਰਟਕਟ ਮਤਲਬ ਕਿ ਜੀ ਕਿਵੇਂ ਵੀ? ਮਤਲਬ ਕਿ ਸਿੱਧੇ ਤਰੀਕੇ ਦੇ ਨਾਲ ਵੀ ਅਗਰ ਅਸੀਂ ਕੁਆਲੀਫਾਈ ਹੁੰਦੇ ਹੋਈਏ, ਅਸੀਂ ਫੇਰ ਵੀ ਕੋਈ ਨਾ ਕੋਈ ਪੁੱਠਾ ਜਿਹਾ ਕੰਮ ਕਰਨਾ ਹੀ ਆ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਇਹ ਸਟੂਡੈਂਟ ਆਪ ਕਰਦੇ ਆ, ਹੋ ਸਕਦਾ ਜੀ ਉਲਝਾਇਆ ਜਾਂਦਾ ਹੋਵੇ ਏਜੰਟ ਦੇ ਵੱਲੋਂ। ਸੋ ਮੈਂ ਤੁਹਾਨੂੰ ਅੱਜ ਦੀਆਂ ਐਗਜ਼ਾਮਪਲ ਦਿੰਦਾ। ਅੱਜ ਮੇਰੇ ਕੋਲ ਘੱਟੋ ਘੱਟ 10 ਬੰਦਿਆਂ ਨੂੰ ਮੈਂ ਆਪ ਪਰਸਨਲੀ ਮਿਲਿਆ ਜਿਨ੍ਹਾਂ ਦੇ ਸਕੋਰ 470 ਤੋਂ ਉੱਪਰ ਬਣਦੇ ਪਏ ਆ। ਨਾਓ ਦ ਪੁਆਇੰਟ ਇਜ਼ ਕਿ ਉਹ ਮੇਰੇ ਕੋਲ ਆ ਰਹੇ ਨੇ, ਮੈਂ ਉਹਨਾਂ ਨੂੰ ਕਹਿ ਰਿਹਾ ਕਿ ਮਿੱਤਰਾ ਐਕਸਪ੍ਰੈਸ ਐਂਟਰੀ ਤੋਂ ਕੁਆਲੀਫਾਈ ਕਰ ਰਿਹਾ, ਕੋਈ ਪੰਗਾ ਲੈਣ ਦੀ ਲੋੜ ਨਹੀਂ। ਉਹ ਬੰਦਾ ਮੈਨੂੰ ਆਪ ਹੀ ਕਰ, ਨਹੀਂ ਭਾਜੀ ਐਕਸਪ੍ਰੈਸ ਐਂਟਰੀ ਤੋਂ ਵਧੀਆ ਕਿ PNP ਦੇ ਉੱਤੇ। ਸੋ ਦੈਟ ਮੀਨਸ ਕਿ ਤੁਸੀਂ ਬਿਨਾਂ ਗੱਲ ਤੋਂ, ਜਿਸ ਚੀਜ਼ ਲਈ ਤੁਹਾਨੂੰ ਐਕਸਟਰਾ ਪੈਸਾ ਖਰਚਣ ਦੀ ਲੋੜ ਵੀ ਨਹੀਂ ਹੈ, ਤੁਸੀਂ ਫਿਰ ਵੀ ਆਪ ਹੀ, ਅਗਰ ਤੁਸੀਂ ਮੈਨੂੰ ਆ ਕੇ ਕਹਿ ਰਹੇ ਹੋ ਅਸੀਂ ਪਹਿਲੀ ਵਾਰੀ ਮਿਲ ਰਹੇ ਹਾਂ, ਤੁਸੀਂ ਆਪ ਹੀ ਜਾ ਕੇ ਇਹਦਾ ਮਤਲਬ ਏਜੰਟਸ ਨੂੰ ਵੀ ਕਹਿੰਦੇ ਹੋਣੇ ਹੋ। ਅਤੇ ਹੁਣ ਕਿਹੜਾ ਐਸਾ ਏਜੰਟ ਹੋਊਗਾ ਜਿਹੜੀ ਉਹਨੂੰ ਕਹਿਣਾ ਲਈ ਇੱਕ 5 ਪੈਸੇ ਦੀ ਚੀਜ਼ ਵਿਕਦੀ ਹੋਵੇ ਅਤੇ ਇੱਕ 50 ਪੈਸੇ ਦੀ, ਉਹਦਾ 50 ਪੈਸੇ ਦੀ ਚੀਜ਼ ਵੇਚੇਗਾ ਨਾ। ਸੋ ਦਿਸ ਇਜ਼ ਮੇਜਰ ਇਸ਼ੂ ਕਿ ਅਸੀਂ ਕੁਆਲੀਫਾਈਡ ਬੰਦੇ, ਲਾਈਕ ਪੜ੍ਹੇ ਲਿਖੇ ਕੁਆਲੀਫਾਈਡ ਬੰਦੇ ਅਗਰ ਇਹੋ ਜਿਹੀਆਂ ਗਲਤੀਆਂ ਕਰਨਗੇ ਤਾਂ ਜਿਹੜੇ ਦੂਸਰੇ ਨੇ ਉਹਨਾਂ ਤੋਂ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ? ਮਤਲਬ ਕਿ ਜੇ ਅਸੀਂ ਏਜੰਟਾਂ ਨੂੰ ਦੋਸ਼ ਦੇਣ ਨਾਲੋਂ ਸਾਨੂੰ ਆਪਣੇ ਵੱਲ ਵੀ ਝਾਤੀ ਮਾਰਨੀ ਪੈਣੀ ਹੈ ਵੀ ਅਸੀਂ ਆਪਣੇ ਪੈਰਾਂ 'ਤੇ ਆਪ ਕੁਹਾੜੀ ਮਾਰ ਰਹੇ ਹਾਂ। ਸੋ ਅੱਜ ਦੀ ਕੰਸਲਟੇਸ਼ਨਸ ਦੇ ਵਿੱਚ ਮੇਰੇ ਕੋਲ ਜਿੰਨੇ ਬੰਦੇ ਆਏ, ਮੈਂ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਇਹ ਪ੍ਰੋਗਰਾਮ ਦੱਸ ਰਿਹਾ, ਆਪਾਂ ਆਲਤੂ ਫਾਲਤੂ ਕੰਮਾਂ ਲਈ ਬਹੁਤ ਗੂਗਲਿੰਗ ਕਰਦੇ ਹਾਂ, ਅੱਜ ਸ਼ਾਮੀ ਘਰੇ ਜਾਓ, ਜਸਟ ਸਟੱਡੀ ਅਬਾਊਟ ਦਿਸ ਪ੍ਰੋਗਰਾਮ। ਇਹ ਜਿਹੜਾ ਪ੍ਰੋਗਰਾਮ ਮੈਂ ਤੁਹਾਨੂੰ ਦੱਸ ਰਿਹਾ, ਪਹਿਲਾਂ ਪੜ੍ਹੋ, ਦੇਖੋ ਕਿਤੇ ਮੈਂ ਹੀ ਨਾ ਝੂਠ ਬੋਲਦਾ ਹੋਵਾਂ। ਸੋ ਇਹ ਜਿਹੜੀ ਐਜੂਕੇਟ ਕਰਨ ਦੀ ਗੱਲ ਆ, ਸੈਲਫ ਐਜੂਕੇਸ਼ਨ, ਇਹ ਬਹੁਤ ਇੰਪੋਰਟੈਂਟ ਆ, ਭਾਵੇਂ ਉਹ ਇਮੀਗ੍ਰੇਸ਼ਨ ਪਰਸਪੈਕਟਿਵ ਹੋਵੇ ਜਾਂ ਦੁਨੀਆ ਦੀ ਹੋਰ ਕਿਸੇ ਦੀ ਇਸ਼ੂ ਦੇ ਉੱਤੇ ਹੋਵੇ। ਤਾਈਓ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਇੰਨੀ ਦੂਰ ਭੇਜਿਆ ਪੜ੍ਹਨ ਵਾਸਤੇ। ਸੋ ਪੜ੍ਹਾਈ ਦਾ ਮੁੱਲ ਸੀ ਕਿ ਪੜ੍ਹਾਈ ਕਰਨੀ, ਇਸ ਲਈ ਦੁਨਿਆਵੀ ਪੜ੍ਹਾਈ ਦਾ ਇਸ ਲਈ ਇੰਪੋਰਟੈਂਸ ਸੀਗੀ। ਇਹਨਾਂ ਲੋਕ ਆਪਾਂ ਸਾਰਿਆਂ ਨੂੰ ਹੀ, ਜਿਹੜੇ ਅੱਜ ਲੋਕ ਆਏ ਵੀ, ਉਹਨਾਂ ਸਾਰਿਆਂ ਨੂੰ ਵੀ ਅਗਰ ਉਹ ਮੇਰੇ 'ਤੇ ਅੱਜ ਗੱਲ ਕਰਕੇ ਮੇਰੇ 'ਤੇ ਵਿਸ਼ਵਾਸ ਕਰਕੇ ਗਏ ਆ, ਕੱਲ੍ਹ ਨੂੰ ਕਿਸੇ ਹੋਰ 'ਤੇ ਵੀ ਕਰਨ ਤਾਂ ਉਹਦੀ ਐਨਾਲਿਸਿਸ ਕਰਨ ਕਿ ਇਸ ਜਿਹੜੀ ਮੈਨੂੰ ਪ੍ਰੋਗਰਾਮ ਦੱਸਿਆ ਗਿਆ ਇਹ ਕਿੰਨਾ ਕੁ ਸੱਚਾ ਅਤੇ ਕਿੰਨਾ ਕੁ ਝੂਠਾ ਆ। ਬਿਲਕੁਲ ਜੀ। ਸੋ ਇਹ ਸੀ ਬਰੈਂਪਟਨ ਇਮੀਗ੍ਰੇਸ਼ਨ ਤੋਂ ਸੰਦੀਪ ਸਿੰਘ, ਜਿਨ੍ਹਾਂ ਦੇ ਨਾਲ ਲਗਾਤਾਰ ਪੰਜਾਬੀ ਲੋਕ ਚੈਨਲ ਵਾਰਤਾਲਾਪ ਕਰਦਾ। ਤੁਹਾਡੇ ਜਿਹੜੇ ਸਵਾਲ ਹੁੰਦੇ ਨੇ ਉਹ ਅਸੀਂ ਲੈ ਕੇ ਆਉਂਦੇ ਹਾਂ। ਇੱਕ ਹੋਰ ਇਹਨਾਂ ਦੀ ਖਾਸੀਅਤ ਜਿਹੜੀ ਅੱਜ ਤੱਕ ਕਿਸੇ ਵੀ ਚੈਨਲ ਦੇ ਉੱਤੇ ਮੇਰੇ ਖਿਆਲ ਨਹੀਂ ਦੱਸੀ ਹੋਣੀ, ਉਹ ਸ਼ਹੀਦ ਸਿੰਘਾਂ ਦੇ ਪਰਿਵਾਰ ਹੈ, ਉਹ ਵੀ ਸੰਭਾਲਦੇ ਹੋ ਜੀ ਤੁਸੀਂ? ਤੁਹਾਡੀ NGO ਹੈ ਜੀ ਕੋਈ ਜਾਂ ਸੰਸਥਾ, ਕਿਵੇਂ ਜੀ? ਸੋ ਕੋਈ NGO ਨਹੀਂ ਹੈ, ਕੋਈ ਸੰਸਥਾ ਨਹੀਂ ਹੈ, ਪਰ ਸ਼ਹੀਦ ਪਰਿਵਾਰਾਂ ਤੋਂ ਹੋਰ ਇਹ ਕੋਈ ਆਸਾਨ ਨਹੀਂ ਆ ਨਾ, ਸਾਡੇ ਸਾਰਿਆਂ ਦਾ ਫਰਜ਼ ਆ ਉਹਨਾਂ ਤੋਂ ਅਸੀਂ ਜਿੰਨੀ ਵੀ ਫ੍ਰੀ ਸਰਵਿਸ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ। ਸਾਡਾ ਅਸੀਂ ਚਾਹੁੰਦੇ ਹਾਂ ਕਿ ਉਹ ਸਾਰੇ ਬੱਚੇ ਸੈੱਟ ਹੋਣ। ਉਹਨਾਂ ਦੇ ਮਾਪਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਜਿਨ੍ਹਾਂ ਕਰਕੇ ਸਾਡੇ ਸਿਰਾਂ 'ਤੇ ਦਸਤਾਰਾਂ ਨੇ। ਉਹਨਾਂ ਨੂੰ ਮਿਲ ਕੇ ਤੁਸੀਂ ਬਾਹਰ ਫ੍ਰੀ ਆਫ ਕਾਸਟ। ਸੋ ਅਗਰ ਕੋਈ ਵੀ ਸ਼ਹੀਦ ਪਰਿਵਾਰ ਸਾਡੀ ਵੀਡੀਓ ਸੁਣ ਰਿਹਾ ਆ, ਉਹਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਆ। ਜਿੰਨਾ ਮਰਜ਼ੀ ਔਖਾ ਪ੍ਰੋਗਰਾਮ ਹੋਵੇ, ਜਿੰਨਾ ਮਰਜ਼ੀ ਉਸ ਪ੍ਰੋਗਰਾਮ 'ਤੇ ਖਰਚਾ ਹੁੰਦਾ ਹੋਵੇ, ਅਸੀਂ ਹੋਰ ਇਹ ਕੋਈ ਆਸਾਨ ਨਹੀਂ ਉਹਨਾਂ 'ਤੇ। ਤੁਹਾਡਾ ਆਸਾਨ ਸਾਡੇ ਸਿਰਾਂ 'ਤੇ ਆ, ਅਸੀਂ ਉਸ ਆਸਾਨ ਨੂੰ ਸਿਰਫ ਇੱਕ ਰਿਟਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ। ਸੋ ਬਹੁਤ ਖੂਬ, ਉਹਦੇ ਲਈ ਅਸੀਂ ਤੁਹਾਨੂੰ ਸਲਾਮ ਕਰਦੇ ਹਾਂ ਜੀ। ਅਤੇ ਬਹੁਤ ਵਧੀਆ ਲੱਗਿਆ ਕਿਸੇ ਤਰ੍ਹਾਂ ਦੇ, ਕਿਉਂਕਿ ਹਜੇ ਇਹ ਪੰਜਾਬ ਦੇ ਵਿੱਚ ਹੀ ਨੇ ਸੰਦੀਪ ਸਿੰਘ ਜੀ, ਔਰ ਇਹਨਾਂ ਦੇ ਨਾਲ ਇੱਕ ਫਸਟ ਟਾਈਮ ਮੈਂ ਇੰਟਰਵਿਊ ਕਰ ਰਿਹਾ ਪਹਿਲਾਂ। ਪਰ ਮੇਰੇ ਲਈ ਤੁਸੀਂ ਸਵਾਲ ਛੱਡਣੇ ਹੋਣ ਕਮੈਂਟਾਂ ਦੇ ਵਿੱਚ ਜ਼ਰੂਰ ਛੱਡਿਓ, ਜਿਹੜੇ ਆਪਾਂ ਇਹਨਾਂ ਨੂੰ ਪੁੱਛ ਸਕਦੇ ਹੋਈਏ। ਔਰ ਜੇ ਤੁਹਾਨੂੰ ਲੱਗਦਾ ਵੀ ਸੰਦੀਪ ਸਿੰਘ ਜੀ ਹੋਰਾਂ ਦੇ ਕੋਲ ਤੁਸੀਂ ਫਾਈਲ ਲਾਈ, ਧਿਆਨ ਨਹੀਂ ਦਿੱਤਾ ਗਿਆ, ਕਿਉਂਕਿ ਮੈਨੂੰ ਇੱਕ ਜ਼ਰੂਰ ਆਇਆ ਸੀਗਾ, 2-4 ਬੰਦਿਆਂ ਨੇ ਮੈਨੂੰ ਕਿਹਾ ਵੀ ਆਪਾਂ ਨਾ ਫਾਈਲ ਲਾਉਣੀ ਹੈ ਜੀ ਉਹਨਾਂ ਦੇ ਕੋਲ। ਮੈਂ ਉਹਨਾਂ ਨੂੰ ਨੰਬਰ ਦਿੱਤਾ, ਬਾਅਦ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਜੀ, ਕਹਿੰਦੇ ਜੀ ਉਹ ਤਾਂ ਧਿਆਨ ਨਹੀਂ ਦਿੱਤਾ, ਸਾਡੀ ਫਾਈਲ ਹੀ ਨਹੀਂ ਚੈੱਕ ਕਰੇ ਜਾਂ ਪਿਕ ਨਹੀਂ ਹੋ ਰਹੀ ਜਾਂ ਕਿਵੇਂ ਜੀ। ਸੋ ਇੱਕ ਚੀਜ਼ ਸਮਝਣੀ ਪਵੇਗੀ, ਔਰ ਮੈਂ ਇਸ ਚੀਜ਼ ਲਈ ਮਾਫੀ ਵੀ ਪਹਿਲਾਂ ਹੀ ਮੰਗ ਲੈਂਦਾ ਹਾਂ। ਸੋ ਜਿਵੇਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਬਹੁਤ ਜ਼ਿਆਦੀਆਂ ਕਾਲਸ ਆ ਰਹੀਆਂ ਸੀਗੀਆਂ, ਅਨਫੋਰਚੂਨੇਟਲੀ ਅਸੀਂ ਉਨੀਆਂ ਕਾਲਸ, ਉਹਨੇ ਇੰਸਟਾਗ੍ਰਾਮ ਮੈਸੇजेस, ਉਹਨੇ ਫੇਸਬੁੱਕ ਮੈਸੇजेस ਨੂੰ ਨਹੀਂ ਰਿਪਲਾਈ ਕਰ ਸਕਦੇ, ਜਿੰਨੀ ਮਰਜ਼ੀ ਅਸੀਂ ਕੋਸ਼ਿਸ਼ ਕਰ ਲਈਏ। ਜਿੱਥੇ ਤੱਕ ਦੂਸਰੀ ਗੱਲ ਹੈਗੀ ਹੈ ਕਿ ਜਿਹੜੀ ਫਾਈਲ ਅਸੀਂ ਫੜ ਲਈ ਉਹਦੀ ਸਰਵਿਸ ਅਸੀਂ ਜ਼ਰੂਰ ਦੇਵਾਂਗੇ। ਜਿੱਥੇ ਤੱਕ ਕਾਲਸ ਨਾ ਅਟੈਂਡ ਕਰਨੀਆਂ ਜਾਂ ਕਾਲਸ ਮਿਸ ਹੋ ਜਾਣੀਆਂ, ਇੱਕ ਹੋਰ ਵੱਡੀ ਪ੍ਰੋਬਲਮ ਆ। ਕੈਨੇਡਾ ਅਤੇ ਇੰਡੀਆ ਦੇ ਟਾਈਮਿੰਗ ਇੱਕ ਬਹੁਤ ਵੱਡਾ ਇਸ਼ੂ ਆ।
ਮੈਂ ਤੁਹਾਨੂੰ ਅਗਰ ਆਪਣਾ ਫੋਨ ਕੱਢ ਕੇ ਦਿਖਾਵਾਂ, ਕਿਉਂਕਿ ਹੋਰ ਇਹਨਾਂ ਦਾ ਕਸੂਰ ਨਹੀਂ, ਬਟ ਪੰਜਾਬ ਦੇ ਹਿਸਾਬ ਨਾਲ ਉਹ ਸਹੀ ਟਾਈਮ ਤੇ ਕਾਲ ਕਰ ਰਹੇ ਹੁੰਦੇ ਆ, ਉਸ ਟਾਈਮ ਅਸੀਂ ਉੱਥੇ ਸੋ ਰਹੇ ਹੁੰਦੇ ਆ। ਇੰਸਟੈਡ ਕਿ ਉਹ ਸਾਡੇ ਪੰਜਾਬ ਦੇ ਆਫਿਸ ਨੂੰ ਕੰਟੈਕਟ ਕਰਨ, ਵਿਚ ਇਜ਼ ਮੋਰ ਈਜ਼ੀਅਰ, ਉਹ ਸਾਨੂੰ ਉੱਥੇ ਕੰਟੈਕਟ ਕਰਦੇ ਨੇ। ਉਹ ਜਿਹੜਾ ਟਾਈਮ ਡਿਫਰੈਂਸ ਆ ਉਹ ਮੇਰੇ ਕੰਟਰੋਲ ਤੋਂ ਹੀ ਬਾਹਰ ਆ। ਸੋ ਬਿਲਕੁਲ ਜੀ, ਸੋ ਸਮੇਂ ਦਾ ਵੀ ਜਿਹੜਾ ਧਿਆਨ ਰੱਖਿਆ ਕਰੋ। ਪਰ ਅਸੀਂ ਜ਼ਰੂਰ ਚਾਹੁੰਦੇ ਹਾਂ ਵੀ ਜੇ ਤੁਸੀਂ ਪਹਿਲਾਂ ਤਾਂ ਅਸੀਂ ਕੰਮ ਇਹ ਅਰਦਾਸ ਕਰਦੇ ਹਾਂ ਉਹਦੇ ਨਾਲ ਚਾਹੇ ਕਿਸੇ ਇਮੀਗ੍ਰੇਸ਼ਨ ਏਜੰਟ ਨੂੰ ਘਾਟਾ ਪਵੇ, ਪਰ ਵੀ ਕਿਸੇ ਨੂੰ ਆਪਣੇ ਮਾਂ ਪਿਓ, ਆਪਣਾ ਮੁਲਕ, ਆਪਣੀ ਮਿੱਟੀ ਛੱਡ ਕੇ ਨਾ ਜਾਣਾ ਪਵੇ। ਹਰ ਕੋਈ ਸੈੱਟ ਹੋਵੇ, ਕੋਈ ਚੰਗੀਆਂ ਸਰਕਾਰਾਂ ਸਾਡੇ ਦੇਸ਼ ਦੀਆਂ ਹੋਣ ਜਿਹੜੀਆਂ ਸਾਡੇ ਨੌਜਵਾਨਾਂ ਨੂੰ ਸਾਡੇ ਦੇਸ਼ ਦੇ ਵਿੱਚ ਹੀ ਰੁਜ਼ਗਾਰ ਦੇ ਸਕਣ। ਪਰ ਜਦੋਂ ਹਾਲਾਤ ਅਜਿਹੇ ਹਾਲੇ ਤੱਕ ਨਹੀਂ ਬਣੇ ਤਾਂ ਜੇ ਜਾਂਦੇ ਆ ਤਾਂ ਦੂਜੀ ਤਰਾਸਦੀ ਇਹ ਹੋ ਜਾਂਦੀ ਆ ਵੀ ਜਾਣਾ ਚਾਹੁੰਦੇ ਨੇ, ਕੋਈ ਜ਼ਮੀਨ ਵੇਚ ਦਿੰਦਾ ਏ, ਕੋਈ ਗਹਿਣੇ ਰੱਖ ਦਿੰਦਾ ਏ, ਕੋਈ ਕਿਸੇ ਤਰ੍ਹਾਂ ਦਾ ਲੋਨ ਕਰਾਉਂਦਾ, ਪਰ ਫਿਰ ਉਹ ਏਜੰਟ ਦੇ ਕੋਲ ਫਸ ਜਾਂਦਾ। ਉਹ ਵੀ ਬਹੁਤ ਦੁੱਖ ਦੀ ਗੱਲ ਆਉਂਦੀ ਹੈ। ਪਰ ਅਸੀਂ ਕੋਸ਼ਿਸ਼ ਹਮੇਸ਼ਾ ਸਾਡੀ ਰਹੀ ਹੈ ਵੀ ਏਜੰਟ ਦੇ ਕੋਲ ਜਦੋਂ ਵੀ ਕਿਸੇ ਦੇ ਨਾਲ ਅਸੀਂ ਗੱਲਬਾਤ ਕਰੀਏ, ਇੱਕ ਤਾਂ ਉਹ ਇਮਾਨਦਾਰ ਹੋਵੇ, ਉਹਦਾ ਕੋਈ ਕੇਸ ਅਜਿਹਾ ਨਾ ਸੁਣਨ ਨੂੰ ਮਿਲਿਆ ਹੋਵੇ। ਪਰ ਜੇ ਅਸੀਂ ਵੀ ਇੰਟਰਵਿਊ ਕਰਦੇ ਹਾਂ, ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਠੱਗੀ ਵੱਜੀ, ਮੈਂ ਕਹਿੰਦਾ ਵੀ ਸਾਡੇ ਨਾਲ ਕੰਟੈਕਟ ਕਰੋ, ਉਹਨਾਂ ਦੇ ਆਫਿਸ ਤੁਹਾਨੂੰ ਲੈ ਕੇ ਜਾਵਾਂਗੇ। ਅਤੇ ਸਾਨੂੰ ਕੋਈ ਪੈਸੇ ਦਾ ਕੋਈ ਲਾਲਚ ਨਹੀਂ ਹੈਗਾ, ਨਾ ਅਸੀਂ ਅੱਜ ਤੱਕ ਇਹ ਜੋਤਸ਼ੀ ਵਗੈਰਾ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਇਹਨਾਂ ਦੀਆਂ ਐਡਾਂ ਲਾਈਆਂ। ਜੇ ਇਮੀਗ੍ਰੇਸ਼ਨ ਏਜੰਟ ਠੱਗ ਸਾਡੇ ਚੈਨਲ ਦੇ ਉੱਤੇ ਤੁਹਾਨੂੰ ਲੱਗਦਾ ਵੀ ਚੱਲ ਰਹੇ ਨੇ, ਸਾਡੇ ਨਾਲ ਠੱਗੀ ਮਾਰੀਆਂ, ਨਹੀਂ ਚੱਲਣਾ ਚਾਹੀਦਾ, ਤਾਂ ਬਾਈ ਜੀ ਤੁਹਾਡੇ ਨਾਲ ਜਾ ਕੇ ਉਹਦੇ ਮੂੰਹ ਦੇ ਉੱਤੇ ਜਾ ਕੇ ਸਵਾਲ ਕਰਾਂਗੇ। ਲੱਗਿਆ ਵੀ ਹਾਂਜੀ ਬਿਲਕੁਲ ਸੱਚ ਹੋਇਆ, ਉਸੇ ਟਾਈਮ ਲਾ ਦਾਂਗੇ ਅਤੇ ਨੰਗਾ ਕਰਾਂਗੇ ਅਜਿਹੇ ਏਜੰਟਾਂ ਨੂੰ। ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਜਾਂ ਕੋਈ ਸਵਾਲ ਹੋਣਗੇ ਤਾਂ ਹੁਣ ਤੁਸੀਂ ਜ਼ਰੂਰ ਅਗਲੀ ਇੰਟਰਵਿਊ ਦੇ ਵਿੱਚ ਤੁਹਾਡੇ ਸਵਾਲਾਂ ਦੇ ਨਾਲ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਦੇ ਲਈ ਮੈਨੂੰ ਅਤੇ ਮੇਰੇ ਸਹਿਯੋਗੀ ਸਤਨਾਮ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ।